लोक सभा ਦੀਆਂ ਚੋਣਾਂ ਜਿਵੇਂ ਜਿਵੇਂ ਨਜ਼ਦੀਕ ਆ ਰਹੀਆਂ ਨੇ ਸਿਆਸਤਦਾਨ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਜਾ ਰਹੇ ਨੇ। ਪਿਛਲੇ ਕਈ ਦਿਨਾਂ ਤੋਂ ਸਿਆਸਤਦਾਨ ਜਦੋਂ ਇਧਰੋਂ ਉਧਰ ਜਾ ਰਹੇ ਨੇ ਤਾਂ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਨੇ। ਸਾਹਮਣੇ ਆ ਰਿਹਾ ਹੈ ਕਿ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਦੂਸਰੇ ਦੇ ਉੱਪਰ ਦੋਸ਼ ਲਗਾਏ ਜਾ ਰਹੇ ਨੇ ਕਿ ਕਰੋੜਾਂ ਰੁਪਏ ਵਿੱਚ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਰੀਦਿਆ ਜਾ ਰਿਹਾ ਜਾਂ ਫਿਰ ਨਹੀਂ, ਇਹ ਤਾਂ ਉਦੋਂ ਹੀ ਪਤਾ ਲੱਗਣਾ ਜਾਂਚ ਜਦੋਂ ਹੋਵੇਗੀ। ਪਰ ਜਾਂਚ ਕਰਾਵੇਗਾ ਕੌਣ? ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ। ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਤੇ ਗੱਲਬਾਤ ਕਰਨੀ ਹੈ। ਸਿਆਸਤ ਦੀ ਗੱਲ ਤੋਂ ਸ਼ੁਰੂਆਤ ਕਰਾਂਗੇ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਸਿਆਸੀ ਹਲਚਲ ਵਧੀ ਹੋਈ ਹੈ। ਰਾਜਨੀਤਿਕ ਪਾਰਟੀਆਂ ਇੱਕ ਦੂਸਰੇ ਤੇ ਦੋਸ਼ ਲਗਾ ਰਹੀਆਂ ਨੇ ਕਿ ਸਾਡੀ ਪਾਰਟੀ ਦੇ ਸਿਆਸਤਦਾਨ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਦੋਸ਼ ਕੋਈ ਪਹਿਲੀ ਵਾਰ ਥੋੜੀ ਲੱਗਦੇ ਆ, ਪਹਿਲਾਂ ਵੀ ਕਈ ਵਾਰ ਦੋਸ਼ ਲੱਗੇ ਨੇ। ਲੱਗਦੇ ਉਦੋਂ ਹੀ ਆ ਜਦੋਂ ਇੱਕ ਪਾਰਟੀ ਦਾ ਸਿਆਸਤਦਾਨ ਛੱਡ ਕੇ ਦੂਸਰੀ ਰਾਜਨੀਤਿਕ ਪਾਰਟੀ ਵਿੱਚ ਚਲੇ ਜਾਂਦਾ। ਪਰ ਇਹਦੇ ਵਿੱਚ ਕਿੰਨੀ ਕੁ ਸੱਚਾਈ ਆ ਕਿ ਵਾਕਈ ਇਹ ਸਿਆਸਤਦਾਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ? ਜਦੋਂ ਜਲੰਧਰ ਵਿੱਚ ਜ਼ਿਮਨੀ ਚੋਣ ਸੀ, ਜਦੋਂ ਸੁਸ਼ੀਲ ਕੁਮਾਰ ਰਿੰਕੂ ਪਾਰਲੀਮੈਂਟ ਮੈਂਬਰ ਬਣੇ ਤਾਂ ਰੌਲਾ ਉਸ ਵੇਲੇ ਵੀ ਬਹੁਤ ਪਿਆ ਸੀਗਾ। ਆਮ ਆਦਮੀ ਪਾਰਟੀ ਦੇ ਕੁਝ ਕੁ ਸਿਆਸਤਦਾਨਾਂ ਨੇ ਕਿਹਾ ਕਿ ਸਾਡੇ ਵਿਧਾਇਕਾਂ ਨੂੰ 20 ਤੋਂ ਲੈ ਕੇ 25 ਕਰੋੜ ਰੁਪਏ ਵਿੱਚ ਖਰੀਦਣ ਦੀ ਕੋਸ਼ਿਸ਼ ਕੀਤੀ ਆ। ਕਿੰਨੇ ਖਰੀਦਿਆ, ਕਦੋਂ ਖਰੀਦਿਆ, ਕਿਹਦੇ ਰਾਹੀਂ ਖਰੀਦਣ ਦੀ ਕੋਸ਼ਿਸ਼ ਕੀਤੀ ਆ, ਕਦੀ ਸਾਹਮਣੇ ਨਹੀਂ ਆਇਆ। ਆਪਰੇਸ਼ਨ ਲੋਟਸ ਇਹਦਾ ਜ਼ਿਕਰ ਜ਼ਰੂਰ ਹੋਇਆ, ਹੁਣ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ। ਗੱਲਬਾਤ ਇਹਦੀ ਵੀ ਕਰਾਂਗੇ। ਗੱਲਬਾਤ ਸੁਸ਼ੀਲ ਰਿੰਕੂ ਦੀ ਜਾਣ ਦੀ ਵੀ ਜ਼ਰੂਰ ਕਰਨੀ ਹੈ ਕਿਉਂਕਿ ਕੀ ਕੋਈ ਨਾਰਾਜ਼ਗੀ ਸੀ ਜਾਂ ਕਿਹੜੇ ਕਾਰਨ ਸੀਗੇ ਜਿਹਦੇ ਕਰਕੇ ਸਿਆਸਤਦਾਨ ਪਾਰਟੀਆਂ ਛੱਡ ਰਹੇ ਨੇ। ਇੱਕ ਹੀ ਹੋੜੀ ਜਿਸ ਹਿਸਾਬ ਨਾਲ ਬੀਜੇਪੀ ਵਿੱਚ ਜਾ ਰਹੇ ਨੇ, ਜਿਸ ਹਿਸਾਬ ਨਾਲ ਕਾਂਗਰਸ ਦੇ ਸਿਆਸਤਦਾਨ ਛੱਡ ਰਹੇ ਨੇ ਲਗਾਤਾਰ। ਅੱਜ ਦੂਜੇ ਸੂਬਿਆਂ ਦਾ ਵੀ ਜ਼ਿਕਰ ਕਰਨਾ। ਇੱਕ ਸੂਬੇ ਵਿੱਚ ਤਾਂ ਹੁਣ ਤੱਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਰੋਧੀ ਧਿਰਾਂ ਦੇ ਸਾਰੇ ਮਿਲਾ ਕੇ 80,000 ਤੋਂ ਵੱਧ ਸਿਆਸਤਦਾਨ ਪਾਰਟੀ ਕਾਂਗਰਸ ਛੱਡ ਚੁੱਕੇ ਆ। ਜੇਕਰ ਇਹ ਦਾਅਵਾ ਸਹੀ ਆ ਤਾਂ ਫਿਰ ਪਿਛਲੇ ਦਿਨੀ ਭਾਜਪਾ ਪਾਰਟੀ ਨੇ ਇੱਕ ਨਾਅਰਾ ਦਿੱਤਾ ਸੀ ਕਿ ਅਸੀਂ 1 ਲੱਖ ਸਿਆਸਤਦਾਨ ਜਿਹੜੇ ਵਿਰੋਧੀ ਧਿਰਾਂ ਦੇ ਨੇ ਉਹਨਾਂ ਨੂੰ ਆਪਣੇ ਨਾਲ ਰਲਾਉਣਾ। ਇੱਕ ਟਾਰਗੇਟ ਰੱਖਿਆ ਸੀ ਕਿ ਉਸ ਟਾਰਗੇਟ ਵੱਲ ਵੱਧਦੇ ਦਿਖਾਈ ਦੇ ਰਹੇ ਨੇ। ਕੱਲ੍ਹ ਉੱਥੇ ਵੀ ਕਰਾਂਗੇ ਗੱਲਬਾਤ। ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਦੀ ਵੀ ਕਰਨੀ ਹੈ ਜੋ ਦਿੱਲੀ ਵਿੱਚ ਚੱਲ ਰਿਹਾ ਤੇ ਅਰਵਿੰਦ ਕੇਜਰੀਵਾਲ ਆਪਣੇ ਕੇਸ ਦੀ ਪੈਰਵਾਈ ਆਪ ਕਰਦੇ ਪਏ ਨੇ। ਸਵਾਲ ਖੜੇ ਕੀਤੇ ਚਾਰਕੁਨਾਂ ਨੇ। ਅੱਜ ਇਹ ਵੀ ਸਵਾਲ ਬਹੁਤ ਉੱਠਿਆ ਕਿ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ। ਹਾਲਾਂਕਿ ਅਦਾਲਤ ਨੇ ਇਹ 'ਤੇ ਰੋਕ ਲਗਾਈ ਹੈ। ਪਰ ਦਿੱਲੀ ਦੇ ਲੈਫਟੀਨੈਂਟ ਗਵਰਨਰ ਸਾਹਿਬ ਉਹ ਕਹਿੰਦੇ ਪਏ ਕਿ ਦਿੱਲੀ ਵਿੱਚ ਜੇਲ੍ਹ 'ਚ ਬੈਠ ਕੇ ਸਰਕਾਰ ਨਹੀਂ ਚਲਾਈ ਜਾ ਸਕਦੀ। ਆਖਰਕਾਰ ਕਿੰਨੀਆਂ ਕੁ ਫਾਈਲਾਂ ਜੇਲ੍ਹ ਦੇ ਵਿੱਚ ਲੈ ਜਾ ਕੇ ਦਸਤਖਤ ਕੀਤੀਆਂ ਜਾ ਸਕਦੀਆਂ ਨੇ? ਸਵਾਲ ਤਾਂ ਇਹ ਵੀ ਵੱਡੇ ਆ ਨਾ। ਸਵਾਲ ਅੱਜ ਸੁਨੀਲ ਜਾਖੜ ਹੋਰਾਂ ਦਾ ਵੀ ਹੈ। ਇੱਕ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਕਹਿੰਦੇ ਜਿਹੜੇ ਦੋਸ਼ ਲਾਉਂਦੇ ਪਏ ਨਾ ਕਿ 25-25, 30-30 ਹਜ਼ਾਰ ਜਾਂ 45 ਕਰੋੜ ਰੁਪਏ ਦੇ ਖਰੀਦੇ ਆ, ਇਹਨਾਂ ਦੇ ਆਪਣੇ ਉੱਪਰ ਕਹਿੰਦੇ 5-5 ਹਜ਼ਾਰ ਦੇ ਟੁੱਚੜ ਜਿਹੇ ਕੇਸ ਆ। ਜੇਕਰ ਵਾਕਈ ਇਹਨਾਂ ਦੇ 5-5 ਹਜ਼ਾਰ ਰੁਪਏ ਦੇ ਕੇਸ ਚੱਲਦੇ ਪਏ ਆ ਤਾਂ ਉਹ ਕਿਹੜੇ ਸਿਆਸਤਦਾਨ ਨੇ? ਜ਼ਿਕਰ ਉਹਨਾਂ ਦਾ ਵੀ ਕਰਨਾ ਹੈ। ਗੱਲ ਅਦਾਲਤਾਂ ਦੀ ਵੀ ਕਰਨੀ ਹੈ ਕਿਉਂਕਿ ਇਸ ਵੇਲੇ ਅਦਾਲਤਾਂ ਨੂੰ ਲੈ ਕੇ ਕੁਛ ਕੁ ਸਵਾਲ ਖੜੇ ਹੋ ਰਹੇ ਨੇ। ਅੱਜ ਬਹੁਤ ਸਾਰੇ ਵਕੀਲਾਂ ਨੇ ਕੁਛ ਕੁ ਚਿੱਠੀਆਂ, 600 ਤੋਂ ਵੱਧ ਵਕੀਲਾਂ ਨੇ ਚਿੱਠੀਆਂ ਲਿਖ ਕੇ ਚੀਫ ਜਸਟਿਸ ਆਫ ਇੰਡੀਆ ਨੂੰ ਭੇਜੀਆਂ ਨੇ। ਕੀ ਜ਼ਰੂਰਤ ਪੈ ਗਈ ਇਹਦੀ? ਲੰਬੇ ਸਮੇਂ ਤੋਂ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਗੱਲ ਉੱਥੇ ਵੀ ਕਰਾਂਗੇ। ਪਰ ਜੇਕਰ ਆਮ ਆਦਮੀ ਪਾਰਟੀ ਦਾ ਜ਼ਿਕਰ ਕਰੀਏ, ਕੱਲ੍ਹ ਦੇਰ ਸ਼ਾਮ ਆਮ ਆਦਮੀ ਪਾਰਟੀ ਦੇ ਕੁਛ ਕੁ ਵਰਕਰਾਂ ਨੇ, ਵਲੰਟੀਅਰਾਂ ਨੇ ਜਲੰਧਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ। ਉਹਨਾਂ ਨੇ ਜਿਹੜੇ ਸਿਆਸਤਦਾਨਾਂ ਦੇ ਨਾਮ ਬੋਰਡ ਦੇ ਉੱਪਰ ਲਿਖੇ ਸੀ ਨਾ, ਸਰਕਾਰੀ ਰਿਹਾਇਸ਼ ਇੱਧਰ ਹੈ ਜੀ, ਸੁਸ਼ੀਲ ਕੁਮਾਰ ਰਿੰਕੂ ਹੋਰਾਂ ਦਾ ਘਰ ਇੱਧਰ ਹੈ, ਸ਼ੀਤਲ ਅੰਗੁਰਾਲ ਹੋਰਾਂ ਦਾ ਬੋਰਡ ਲਗਾਇਆ ਸੀ ਨਾਮ ਦਾ, ਪੱਟ ਕੇ ਉਹ ਮਾਰੇ ਭਗਾ ਕੇ। ਉਸ ਤੋਂ ਬਾਅਦ ਸਵਾਲ ਖੜੇ ਹੋ ਗਏ। ਦੋਸ਼ ਲੱਗਿਆ ਕਿ ਇਹ ਗਦਾਰ ਨੇ, ਇਹ ਆਮ ਆਦਮੀ ਪਾਰਟੀ ਨਾਲ ਧੋਖਾ ਕਰਕੇ ਗਏ। ਇੱਕ ਨਵਾਂ ਸ਼ਬਦ ਕੱਲ੍ਹ ਨਿਕਲਿਆ, ਗਦਾਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਵੀ ਟਵੀਟ ਕੀਤਾ। ਉਹ ਵੀ ਕਹਿੰਦੇ ਸੀਗੇ ਕਿ ਚਲੋ ਬਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ। ਸੰਕੇਤਕ ਜਿਹਾ ਉਹਨਾਂ ਨੇ ਇੱਕ ਰੋਸ ਪੈਦਾ ਕੀਤਾ, ਰੋਸ ਉਹਨਾਂ ਨੇ ਦਿਖਾਵਾ ਕੀਤਾ। ਪਰ ਸਵਾਲ ਇਹ ਉੱਠਦਾ ਸੀ ਕਿ ਜਦੋਂ ਇਹੀ ਸਿਆਸਤਦਾਨ ਦੂਸਰੀਆਂ ਰਾਜਨੀਤਿਕ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਸੀ ਤਾਂ ਉਸ ਵੇਲੇ ਨਾ ਕਿਸੇ ਨੇ ਗਦਾਰ ਕਿਹਾ, ਨਾ ਕਿਸੇ ਨੇ ਕਿਹਾ ਕਿ ਇਹ ਸਿਆਸਤਦਾਨ ਗਲਤ ਕਰ ਰਹੇ ਨੇ, ਨਾ ਕਿਸੇ ਨੇ ਇਹ ਗੱਲ ਕਹੀ ਕਿ ਭਾਈ ਕਾਂਗਰਸ ਪਾਰਟੀ ਨਾਲ ਧੱਕਾ ਹੋ ਗਿਆ। ਉਸ ਵੇਲੇ ਤਾਂ ਸਾਰਿਆਂ ਨੂੰ ਇਹੀ ਦਿਖਦਾ ਸੀ ਕਿ ਸਾਡਾ ਸਿਆਸੀ ਭਵਿੱਖ ਕੀ ਹੈ। ਉਸ ਵੇਲੇ ਆਮ ਆਦਮੀ ਪਾਰਟੀ ਦੇ ਸਿਆਸਤਦਾਨ ਜਲੰਧਰ ਤੋਂ ਫਗਵਾੜੇ ਜਾਂਦੇ ਨੇ, ਇੱਕ ਹੋਟਲ ਆਉਂਦਾ ਰਸਤੇ ਵਿੱਚ ਜਿੱਥੇ ਸੁਸ਼ੀਲ ਰਿੰਕੂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਸੀ ਤੇ ਗੱਲ ਦੇ ਵਿੱਚ ਪਾਰਟੀ ਦਾ ਜਿਹਦੇ ਉੱਪਰ ਲਿਖਿਆ ਹੁੰਦਾ ਆਮ ਆਦਮੀ ਪਾਰਟੀ, ਉਹ ਗੱਲ ਦੇ ਵਿੱਚ ਪਾ ਕੇ ਪਰਨਾ ਜਿਹਾ
ਤਾਂ ਫਿਰ ਸਵਾਗਤ ਕੀਤਾ। ਅਰਵਿੰਦ ਕੇਜਰੀਵਾਲ ਵੀ ਉੱਥੇ ਸੀ, ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਮੌਜੂਦ ਰਹੇ ਸੀਗੇ। ਹੁਣ ਹਾਲਾਤ ਅਚਾਨਕ ਬਦਲ ਗਏ। ਕੀ ਜ਼ਰੂਰਤ ਪੈ ਗਈ ਸੁਸ਼ੀਲ ਰਿੰਕੂ ਨੂੰ ਦੂਸਰੀ ਰਾਜਨੀਤਿਕ ਪਾਰਟੀ ਵਿੱਚ ਜਾਣ ਦੀ? ਇੱਥੇ ਵੀ ਗੱਲ ਕਰਨੀ ਹੈ। ਪਰ ਜਿਹੜਾ ਕੱਲ ਵਿਰੋਧ ਪ੍ਰਦਰਸ਼ਨ ਹੋਇਆ, ਅੱਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ ਪੰਜਾਬ ਦੇ ਵਿੱਚ ਕਿ ਜੋ ਕੁਛ ਵੀ ਇਹ ਸਾਰਾ ਕੁਛ ਹੋਇਆ, ਵੀਡੀਓ ਦੇ ਵਿੱਚੋਂ ਚਿਹਰੇ ਪਛਾਣ ਕੇ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ। ਹਾਲਾਂਕਿ ਸੁਸ਼ੀਲ ਰਿੰਕੂ ਤੇ ਉਧਰਲੇ ਪਾਸੇ ਸ਼ੀਤਲ ਅੰਗੁਰਾਲ ਹੋਰਾਂ ਦੇ ਘਰ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ, ਕਿਉਂਕਿ ਮਾਹੌਲ ਜਿਸ ਹਿਸਾਬ ਨਾਲ ਕੱਲ ਖਰਾਬ ਹੋਇਆ ਸੀਗਾ, ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਕੋਈ ਨੁਕਸਾਨ ਨਾ ਹੋ ਜਾਵੇ। ਗੱਲ ਤਾਂ ਠੀਕ ਹੈ, ਕਿਉਂਕਿ ਇੱਕ ਪਾਸੇ ਪਾਰਟੀ ਕਹਿੰਦੀ ਅਸੀਂ ਭਰੋਸਾ ਜਤਾਇਆ, ਇਸੇ ਕਰਕੇ ਅਸੀਂ ਟਿਕਟ ਦਿੱਤੀ ਸੀਗੀ ਤੇ ਇਸੇ ਕਰਕੇ ਹੁਣ ਇਹਦਾ ਧੋਖਾ ਕੀਤਾ, ਇਹ ਬਰਦਾਸ਼ਤ ਤੋਂ ਬਾਹਰ ਹੈ। ਹਾਲਾਂਕਿ ਉਹਨਾਂ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਉੱਥੋਂ ਲੀਡਰ ਕਿਹੜਾ ਹੋ ਸਕਦਾ, ਚਰਚੇ ਤੇ ਵੀ ਚੱਲ ਪਏ ਨੇ। ਹਾਲਾਂਕਿ ਇੱਥੋਂ ਕੋਈ ਬਲਕਾਰ ਸਿੰਘ ਹੋਰਾਂ ਦਾ ਨਾਮ ਵੀ ਸਾਹਮਣੇ ਲਿਆ ਰਿਹਾ ਹੈ। ਕੈਬਨਿਟ ਮੰਤਰੀ ਨੇ, ਮੁੱਖ ਮੰਤਰੀ ਸਾਹਿਬ ਤੋਂ ਬਾਅਦ ਜੇਕਰ ਅਹੁਦਾ ਵੱਡਾ ਹੈਗਾ ਤਾਂ ਉਹਨਾਂ ਦੇ ਕੋਲ ਹੀ ਹੈ। ਉਹਨਾਂ ਕੋਲ ਅਹੁਦਾ ਕਿਉਂ ਗਿਆ ਸੀਗਾ? ਕਿਉਂਕਿ ਜਲੰਧਰ ਵਿੱਚ ਇਕੱਲਾ ਹੀ ਪੂਰੇ ਭਾਰਤ ਵਿੱਚ ਪਾਰਲੀਮੈਂਟ ਮੈਂਬਰ ਆਮ ਆਦਮੀ ਪਾਰਟੀ ਦਾ ਜੇਕਰ ਸੀ ਤਾਂ ਉਹ ਸੁਸ਼ੀਲ ਰਿੰਕੂ ਸੀਗੇ ਤੇ ਉਹਨਾਂ ਨੂੰ ਜਿਤਾਉਣ ਦੇ ਪਿੱਛੇ ਕਹਿੰਦੇ ਆ ਕਿ ਬਹੁਤ ਸਾਰਾ ਜ਼ੋਰ ਸਹਿਯੋਗ ਬਲਕਾਰ ਸਿੰਘ ਹੋਰਾਂ ਦਾ ਸੀਗਾ। ਜੇਕਰ ਹੈਗਾ ਤਾਂ ਫਿਰ ਆਉਂਦੇ ਸਮੇਂ ਨੂੰ ਹੋ ਸਕਦਾ ਚਿਹਰਾ ਉੱਥੋਂ ਉਹੀ ਹੋਣ, ਪਰ ਸਮੀਕਰਨ ਬਦਲ ਰਹੇ ਨੇ। ਪਰ ਜੇਕਰ ਇਹ ਕਾਰਨ ਤੇ ਚਰਚਾ ਕੀਤੀ ਜਾਵੇ ਕਿ ਆਖਰ ਕੀ ਗੱਲ ਹੋ ਗਈ ਕਿ ਆਮ ਆਦਮੀ ਪਾਰਟੀ ਰਿੰਕੂ ਹੋਰਾਂ ਨੂੰ ਛੱਡਣੀ ਪੈ ਗਈ ਜਾਂ ਸ਼ੀਤਲ ਅੰਗੁਰਾਲ ਹੋਰਾਂ ਨੂੰ ਛੱਡਣੀ ਪੈ ਗਈ। ਅੰਗੁਰਾਲ ਹੋਰਾਂ ਚਲੋ ਘਰ ਵਾਪਸੀ ਹੋਈ ਹੈ, 2-2.5 ਸਾਲ ਬਾਅਦ ਉਹਨਾਂ ਨੂੰ ਲੱਗਿਆ ਕਿ ਪਾਰਟੀ ਵਿੱਚ ਵਾਪਸ ਚਲੇ ਜਾਣਾ ਚਾਹੀਦਾ ਹੈ। ਭਾਜਪਾ ਵਿੱਚ ਰਹਿੰਦੇ ਹੋਏ ਪਹਿਲਾਂ ਵੀ ਉਹਨਾਂ ਨੇ ਬਹੁਤ ਸਾਰੀਆਂ ਸਰਗਰਮੀਆਂ ਤੇਜ਼ ਕੀਤੀਆਂ ਸੀਗੀਆਂ ਤੇ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਨੇ ਘਰ ਵਾਪਸੀ ਕੀਤੀ ਹੈ। ਪਰ ਰਿੰਕੂ ਹੋਰਾਂ ਦੀ ਗੱਲ ਕਰੀਏ ਤਾਂ ਕਹਿੰਦੇ ਆ ਕਿ ਸਰਕਾਰ ਨੇ ਕੁਝ ਕੁ ਵਾਅਦੇ ਇਸ ਤਰ੍ਹਾਂ ਦੇ ਵੱਡੇ ਕਰ ਲਏ ਸੀ ਜਿਹੜੇ ਲੱਗਦਾ ਸੀ ਪੂਰੇ ਨਹੀਂ ਹੋਣੇ। ਜ਼ਿਮਨੀ ਚੋਣ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਜਲੰਧਰ 'ਚ ਪਹੁੰਚੇ। ਮੁੱਖ ਮੰਤਰੀ ਭਗਵੰਤ ਮਾਨ ਹੋਰੀ ਵੀ ਜਲੰਧਰ 'ਚ 4 ਦਿਨ ਪਹਿਲਾਂ ਵੀ ਰਹਿ ਕੇ ਗਏ ਸੀਗੇ। ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਜਿਸ ਦਿਨ ਅਯੋਧਿਆ ਦੇ ਵਿੱਚ ਸੁਸ਼ੀਲ ਰਿੰਕੂ ਗਏ ਸੀ ਤਾਂ ਉਦੋਂ ਇੱਕ ਸੰਕੇਤ ਮਿਲ ਗਿਆ ਸੀਗਾ ਕਿ ਜਾ ਸਕਦੇ ਆ। ਤੇ ਜਿਸ ਦਿਨ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਜਲੰਧਰ ਵਿੱਚ ਮੀਟਿੰਗ ਹੋਈ, ਕਹਿੰਦੇ ਸਿਆਸੀ ਤੌਰ ਤੇ ਬਹੁਤੀ ਉਦੋਂ ਗੱਲ ਨਹੀਂ ਹੋਈ, ਮੁਲਾਕਾਤ ਜ਼ਰੂਰ ਹੋਈ ਹੈ। ਉਹ ਕਿਤੇ ਨਾ ਕਿਤੇ ਗਿਲੇ ਸ਼ਿਕਵੇ ਰੋਸੇ ਜ਼ਰੂਰ ਦਿਲ ਦੇ ਵਿੱਚ ਸੀ, ਜਿਹਨੂੰ ਰੱਖ ਕੇ ਅੱਗੇ ਵੱਲ ਵਧੇ। ਪਰ ਮੁੱਖ ਮੰਤਰੀ ਸਾਹਿਬ ਦਾ ਵੀ ਬਿਆਨ ਆ ਗਿਆ, ਉਹ ਕਹਿੰਦੇ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ, ਭਿਣਕ ਪੈ ਗਈ ਸੀ ਕਿ ਇਸ ਤਰ੍ਹਾਂ ਦਾ ਹੁਣ ਸਿਆਸੀ ਪਟਾਕਾ ਪੈ ਸਕਦਾ, ਇਸੇ ਕਰਕੇ ਅਸੀਂ ਪੰਜਾਬ ਦੇ ਵਿੱਚ ਹੋਰ ਉਮੀਦਵਾਰਾਂ ਦਾ ਐਲਾਨ ਅਜੇ ਤੱਕ ਨਹੀਂ ਕੀਤਾ। ਹੋ ਸਕਦਾ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਵੀ ਥੋੜ੍ਹੀ ਜਿਹੀ ਪਾਰਟੀ ਨੂੰ ਰਣਨੀਤੀ ਬਦਲਣੀ ਪਈ ਹੋਵੇ। ਪਰ ਜੇਕਰ ਰਿੰਕੂ ਹੋਰਾਂ ਦੀ ਗੱਲ ਕਰੀਏ ਕਿ ਭਿਣਕ ਪੈ ਗਈ ਸੀ ਇਸ ਕਰਕੇ ਪੰਜਾਬ ਦੇ ਵਿੱਚ ਹੋਰ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ, ਇਹ ਗੱਲ ਫਿਰ ਬਹੁਤ ਸਾਰੇ ਲੋਕ ਸਿਆਸੀ ਮਾਹਰ ਜਸਦੀ ਜੀ ਨਹੀਂ ਕਹਿੰਦੇ। ਪਰ ਜੇਕਰ ਇਹ ਦੇਖੀਏ ਕਾਰਨ ਕੀ ਸੀਗਾ, ਕਹਿੰਦੇ ਸੀ ਕਿ ਵਾਅਦੇ ਆਮ ਆਦਮੀ ਪਾਰਟੀ ਨੇ ਵੱਡੇ ਕਰ ਲਏ ਸੀ, ਉਹ ਪੂਰੇ ਹੁੰਦੇ ਦਿਖਾਈ ਨਹੀਂ ਦਿੱਤੇ, ਇਸ ਕਰਕੇ ਰਿੰਕੂ ਹੋਰਾਂ ਨੂੰ ਲੱਗਣ ਲੱਗ ਪਿਆ ਸੀਗਾ ਕਿ ਇਸ ਵਾਰ ਦੀਆਂ ਵੋਟਾਂ ਵਿੱਚ ਹੁਣ ਬਹੁਤਾ ਕੁਝ ਮਿਲਣਾ ਨਹੀਂ, ਇਸ ਕਰਕੇ ਉਹਨਾਂ ਨੇ ਸੋਚਿਆ ਚਲੋ ਇੱਧਰੋਂ ਦੂਜੀ ਪਾਰਟੀ ਜਾਂਦੇ ਆ। ਫਿਰ ਕਹਿੰਦੇ ਆ ਕਿ ਜਲੰਧਰ ਵਿੱਚ ਇੱਕ ਵੱਡਾ ਮੈਡੀਕਲ ਹਸਪਤਾਲ ਬਣਾਉਣਾ ਸੀਗਾ, ਇਹਦੇ ਬਾਰੇ ਅਰਵਿੰਦ ਕੇਜਰੀਵਾਲ ਹੋਰਾਂ ਮੁਰੇ ਵੀ ਪੱਖ ਰੱਖਿਆ। ਇਸ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਵੀ ਦੱਸਿਆ ਸੀਗਾ, ਪਰ ਇੱਥੇ ਬਹੁਤਾ ਖੁੱਲ੍ਹ ਕੇ ਕਿਸੇ ਦਾ ਕੋਈ ਜਵਾਬ ਆਇਆ ਨਹੀਂ, ਜਿਹਦੇ ਕਰਕੇ ਲੱਗਣ ਲੱਗ ਪਿਆ ਸੀ ਕਿ ਲੋਕਾਂ ਨਾਲ ਇਹ ਧੋਖਾ ਨਾ ਹੋ ਜਾਵੇ ਤੇ ਜਵਾਬ ਦੇਣਾ ਔਖਾ ਹੋ ਜਾਊਗਾ। ਫਿਰ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੀਡਰ ਜਿਹੜੇ ਜਲੰਧਰ ਤੋਂ ਨੇ, ਉਹਨਾਂ ਦਾ ਸਹਿਯੋਗ ਨਹੀਂ ਮਿਲ ਰਿਹਾ। ਸਹਿਯੋਗ ਕਿਹਦਾ ਨਹੀਂ ਮਿਲ ਰਿਹਾ? ਜਲੰਧਰ ਤੋਂ ਕਿਹੜੇ ਲੀਡਰ ਸੀਗੇ? ਪਾਰਟੀ ਦੇ ਵਰਕਰਾਂ ਦਾ ਕੀ ਸਹਿਯੋਗ ਨਹੀਂ ਸੀਗਾ? ਹੁਣ ਪਾਰਲੀਮੈਂਟ ਮੈਂਬਰ ਹੋਵੇ, ਵਿਧਾਇਕ ਤੋਂ ਉੱਪਰ ਰੁਤਬਾ ਨਾ। ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਆਪਸੀ ਦੋਹਾਂ ਦੇ ਸੰਬੰਧ ਵਧੀਆ ਨਹੀਂ ਸੀਗੇ, ਸਿਆਸਤ ਵਿੱਚ ਇਹਨਾਂ ਦੀਆਂ ਬਹੁਤ ਜ਼ਿਆਦਾ ਇੱਕ ਦੂਸਰੇ ਨਾਲ 36 ਦਾ ਅੰਕੜਾ ਸੀਗਾ। ਪਰ ਕੱਲ ਜਦੋਂ ਹੱਥ 'ਚ ਹੱਥ ਫੜ ਕੇ, ਅੱਜ ਵੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਹੱਥ 'ਚ ਹੱਥ ਫੜ ਕੇ ਨਾ ਤਾਂ ਨੂੰ ਖੜੇ ਕੀਤੇ, ਜਾਖੜ ਸਾਹਿਬ ਨਾਲ ਸੀਗੇ, ਉਹ ਵੀ ਬਾਅਦ 'ਚ ਦੇਖਦੇ ਆ। ਪਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਗਏ, ਇਹਨਾਂ ਨੂੰ ਲੱਗਣ ਲੱਗ ਪਿਆ ਕਿ ਮਾਹੌਲ ਠੀਕ ਨਹੀਂ ਗਾ, ਲੀਡਰਾਂ ਦਾ ਸਹਿਯੋਗ ਨਹੀਂ ਮਿਲਦਾ ਪਿਆ, ਤੇ ਉਹ ਕਾਰਨ ਲੱਭਣਾ ਪੈਣਾ ਕਿ ਵਾਕਈ ਆਮ ਆਦਮੀ ਪਾਰਟੀ ਦੇ ਲੀਡਰ ਜਾਂ ਬਾਕੀ ਲੀਡਰਸ਼ਿਪ ਸਹਿਯੋਗ ਨਹੀਂ ਕਰ ਰਹੀ। ਇਹ ਵੀ ਸਵਾਲ ਇੱਕ ਖੜਾ ਕੀਤਾ। ਫਿਰ ਕਹਿੰਦੇ ਆ ਕਿ 6 ਮਹੀਨੇ ਵਿੱਚ ਵੱਡੇ ਕਿਸੇ ਵੀ ਅਫਸਰ ਦੀ ਤਾਇਨਾਤੀ ਨਹੀਂ ਕੀਤੀ, ਇੱਥੇ ਤਾਇਨਾਤ ਕਰਨਾ ਸੀ, ਉਹਨਾਂ ਨੂੰ ਕਿਹਾ ਸੀਗਾ ਕਿ ਇੱਥੇ ਅਫਸਰ ਦੀ ਬਦਲੀ ਕਰ ਦਿੱਤੀ ਜਾਵੇ, ਕੀ ਕਿਸੇ ਨੇ ਹੁਕਮ ਨਹੀਂ ਮੰਨਿਆ? ਜੇ ਇਸ ਤਰ੍ਹਾਂ ਦੀ ਗੱਲ ਹੈਗੀ ਆ ਤਾਂ ਇਹ ਵੀ ਗੱਲ ਬਹੁਤ ਵੱਡੀ ਹੈ। ਹੁਣ ਜਾਂ ਫਿਰ ਇਹ ਸਾਰੀਆਂ ਗੱਲਾਂ ਬਾਅਦ 'ਚ ਬਣਾਈਆਂ ਗਈਆਂ ਨੇ, ਕੁਛ ਨਾ ਕੁਛ ਤਾਂ ਇਹਦੇ ਵਿੱਚੋਂ ਹੈਗਾ, ਪਰ ਕਿਤੇ ਨਾ ਕਿਤੇ ਲੱਗਦਾ ਪਿਆ ਗੜਬੜੀ ਜ਼ਰੂਰ ਹੋਣੀ ਹੈ। ਕਿਹਾ ਤਾਂ ਇਹ ਵੀ ਗਿਆ ਸੀਗਾ ਕਿ ਰਿੰਕੂ ਹੋਰਾਂ ਦਾ ਮੰਨਣਾ ਕਿ ਆਮ ਆਦਮੀ ਪਾਰਟੀ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਕਹੀ ਸੀ, ਪਰ ਉਹ ਭ੍ਰਿਸ਼ਟਾਚਾਰ ਖਤਮ ਹੁੰਦਾ ਦਿਖਾਈ ਨਹੀਂ ਦੇ ਰਿਹਾ। ਕੀ ਭਾਜਪਾ ਪਾਰਟੀ ਵਿੱਚ ਰਹਿ ਕੇ ਭ੍ਰਿਸ਼ਟਾਚਾਰ ਖਤਮ ਹੋ ਜਾਏਗਾ? 3 ਰੰਗ ਦੀਆਂ ਟੀ-ਸ਼ਰਟਾਂ ਜਾਂ 3 ਰੰਗ ਦੀਆਂ ਬਨੈਣਾ ਕਹਿ ਸਕਦੇ ਅਸੀਂ ਆਰਾਮ ਨਾਲ, ਉਹ ਹੁਣ ਰਿੰਕੂ ਹੋਰਾਂ ਨੇ ਪਾ ਲਈਆਂ। ਆਮ ਆਦਮੀ ਪਾਰਟੀ ਵੀ ਦੇਖ ਲਈ ਪਾ ਕੇ, ਕਾਂਗਰਸ ਵਿੱਚ ਵੀ ਹੈ ਤੇ ਹੁਣ ਭਾਜਪਾ ਪਾਰਟੀ ਵਿੱਚ ਵੀ ਹੈ। ਕੀ ਇਹ 2 ਸਾਲ ਦੇ ਵਿੱਚ 3 ਪਾਰਟੀਆਂ ਜਿਹੜੀਆਂ ਬਦਲਣੀਆਂ ਉਹਨਾਂ ਨੇ, ਜਾਂ ਅੰਗੁਰਾਲ ਹੋਰਾਂ ਨੇ 3 ਸਾਲ ਦੇ ਵਿੱਚ ਦੂਜੀ ਪਾਰਟੀ ਵਿੱਚ ਚਲੇ ਗਏ ਆ, ਇਹਨਾਂ ਕਿੰਨਾ ਕੁ ਫਰਕ ਪੈ ਸਕਦਾ ਇਹ ਤਾਂ ਸਮਾਂ ਦੱਸੇਗਾ। ਪਰ ਇੰਨਾ ਜ਼ਰੂਰ ਹੈ
ਕਿ ਲੀਡਰ ਇਹ ਕਹਿ ਰਹੇ ਸੀ ਨਾ ਆਮ ਆਦਮੀ ਪਾਰਟੀ ਦੇ ਲੀਡਰ ਕੁਛ ਪ੍ਰਚਾਰ ਵੱਲ ਧਿਆਨ ਦੇ ਰਹੇ ਨੇ, ਨਾਲੇ ਇੱਕ ਦੂਸਰੇ ਨਾਲ ਖਫਾ ਰਹਿੰਦੇ ਨੇ, ਜਿਹਦੇ ਕਰਕੇ ਇਹ ਫੈਸਲਾ ਸਾਰਾ ਲੈਣਾ ਪਿਆ। ਵੈਸੇ ਵੀ ਜਲੰਧਰ ਦੇ ਵਿੱਚ ਨਾ ਡਿਵੈਲਪਮੈਂਟ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ। ਲੰਬੇ ਸਮੇਂ ਤੋਂ ਕਈ ਮਸਲੇ ਹੈ। LED ਲਾਈਟਾਂ ਦਾ ਮਸਲਾ, ਅੱਧੀ ਰਾਤ ਨੂੰ ਜਲੰਧਰ ਦੇ ਚੌਂਕਾਂ ਦੇ ਵਿੱਚ ਹਨੇਰਾ ਛਾਇਆ ਹੋਇਆ। ਜਿਹੜੀਆਂ ਕੰਪਨੀਆਂ ਨੂੰ ਠੇਕੇ ਦਿੱਤੇ, ਕੰਪਨੀਆਂ ਭੱਜ ਗਈਆਂ। ਨਗਰ ਨਿਗਮ ਦੇ ਵਿੱਚ ਕਈ ਤਰ੍ਹਾਂ ਦੇ ਘਪਲੇ ਨੇ, ਅਜੇ ਤੱਕ ਵੀ ਉਹਨਾਂ ਬਾਰੇ ਵਿਚਾਰ ਚਰਚਾ ਨਹੀਂ ਕੀਤੀ ਜਾ ਰਹੀ। ਜੇਕਰ ਇਹ ਸਾਰਾ ਕੁਝ ਹੈਗਾ, ਗਿਲੇ ਸ਼ਿਕਵੇ ਹੈਗੇ ਆ, ਤਾਂ ਇੱਕ ਥਾਂ ਤੇ ਬੈਠ ਕੇ ਠੀਕ ਹੋ ਸਕਦੇ ਸੀ। ਪਰ ਸਵਾਲ ਫਿਰ ਉਹੀ ਹੈ ਕਿ ਇਸ ਵੇਲੇ ਕਿਤੇ ਨਾ ਕਿਤੇ ਗੜਬੜੀਆਂ ਜ਼ਰੂਰ ਹੋਈਆਂ ਨੇ। ਅਸੀਂ ਇੱਥੇ ਉਹ ਵੀ ਜ਼ਿਕਰ ਕਰਨਾ ਉਹਨਾਂ ਲੀਡਰਾਂ ਦਾ ਜਿਹੜੇ ਦੋਸ਼ ਲਗਾ ਰਹੇ ਨੇ ਕਿ 45 ਕਰੋੜ ਰੁਪਏ ਵਿੱਚ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਜੇ ਵਾਕਈ ਇਹ ਸਹੀ ਗੱਲ ਹੈ, ਜੇਕਰ ਵਾਕਈ ਖਰੀਦਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਫਿਰ ਸ਼ਿਕਾਇਤ ਕਿਸੇ ਨੇ ਦਰਜ ਕਿਉਂ ਨਹੀਂ ਕਰਾਈ? ਉਹਨਾਂ ਲੀਡਰਾਂ ਦਾ ਜ਼ਿਕਰ ਕਰ ਰਹੇ ਸੀ ਜਿਨ੍ਹਾਂ ਨੇ ਦੋਸ਼ ਲਗਾਇਆ ਕਿ ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਦੀਪ ਪਾਠਕ ਹੋਰੀ ਆਮ ਆਦਮੀ ਪਾਰਟੀ ਦਾ ਜਥੇਬੰਦਕ ਢਾਂਚਾ ਦੇਖਦੇ ਨੇ, ਉਹਨਾਂ ਨੇ ਵੀ ਦੋਸ਼ ਲਗਾਇਆ ਕਿ 45 ਕਰੋੜ ਰੁਪਏ 'ਚ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਸਵਾਲ ਇਹ ਉੱਠਦਾ ਪਿਆ, ਆਪਰੇਸ਼ਨ ਲੋਟਸ ਪਹਿਲੀ ਵਾਰ ਨਹੀਂ ਸਾਹਮਣੇ ਆਇਆ। ਜਦੋਂ ਜ਼ਿਮਨੀ ਚੋਣ ਸੀ ਜਲੰਧਰ 'ਚ, ਉਸ ਵੇਲੇ ਵੀ ਕਿਹਾ ਗਿਆ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਇਹੀ ਸ਼ੀਤਲ ਅੰਗੁਰਾਲ, ਇਹਨਾਂ ਨੇ ਦੋਸ਼ ਲਗਾਇਆ ਸੀ ਕਿ 20 ਤੋਂ ਲੈ ਕੇ 25 ਕਰੋੜ ਰੁਪਏ ਤੱਕ ਆਫਰ ਮਿਲਦੇ ਪਏ ਆ। ਤੇ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਜਦੋਂ ਟਵੀਟ ਕੀਤਾ, ਜਦੋਂ ਕੱਲ ਸਵਾਲ ਪੁੱਛਿਆ ਕਿ ਭਾਈ ਹੁਣ ਕਿੰਨੇ ਕੁ ਪੈਸੇ ਮਿਲੇ ਆ, ਇਹ ਸਿੱਧੇ ਤੌਰ ਤੇ ਕੀਤੀ ਗਈ ਉਹ ਟਕੋਰ ਸੀ ਜਿਹੜੀ ਕਿਤੇ ਨਾ ਕਿਤੇ ਸਿਆਸੀ ਤੌਰ ਤੇ ਪਰੇਸ਼ਾਨ ਜ਼ਰੂਰ ਕਰਦੀ ਆ। ਹਾਲਾਂਕਿ ਕਿੰਨੇ ਪੈਸੇ ਲਏ ਸੀ, ਕਿੰਨੇ ਖਰੀਦਣ ਨੂੰ ਕਿਹਾ ਸੀ, ਕਿੰਨੇ ਦੇ ਵਿੱਚ ਖਰੀਦਿਆ ਸੀ ਜਾਂ ਖਰੀਦਣ ਦੀ ਕੋਸ਼ਿਸ਼ ਕੀਤੀ ਸੀ, ਖਰੀਦਿਆ ਸੀ ਜਾਂ ਨਹੀਂ ਵੀ, ਇਹ ਸਾਰੀਆਂ ਗੱਲਾਂ ਨੇ। ਪਰ ਰੌਲਾ ਤਾਂ ਪਿਆ ਸੀਗਾ ਨਾ। ਪਰ ਇਹਦੀ ਜਾਂਚ ਹੋਈ, ਜਾਂਚ ਕਰਾਈ ਕਿਸੇ ਨੇ। ਪੰਜਾਬ ਦੇ ਵਿੱਚ ਠੀਕ ਉਸੇ ਤਰ੍ਹਾਂ ਜਿੱਦਾਂ ਕਿਹਾ ਗਿਆ ਕਿ ਸਿੰਗਲਾ ਹੁਰਾਂ ਨੇ 1% ਦੀ ਕਮਿਸ਼ਨ ਲਿਆ, ਠੀਕ ਉਸੇ ਤਰ੍ਹਾਂ ਜਿੱਦਾਂ ਫੌਜਾ ਸਿੰਘ ਸਰਾਰੀ ਦੀ ਆਡੀਓ ਬਾਜ਼ਾਰ ਦੇ ਵਿੱਚ ਘੁੰਮ ਕੇ ਐਨ ਸਪਸ਼ਟ ਹੋ ਗਿਆ, ਬਾਅਦ ਦੇ ਵਿੱਚ ਠੀਕ ਹੋ ਗਿਆ। ਉਸ ਤੋਂ ਬਾਅਦ ਕੀ ਬਣਿਆ? ਜਾਂਚ ਹੋਈ ਉਹਨਾਂ ਕੇਸਾਂ ਦੀ। ਇਸੇ ਤਰ੍ਹਾਂ ਆਪਰੇਸ਼ਨ ਲੋਟਸ ਦੇ ਚਰਚੇ ਬਹੁਤ ਹੋਏ, ਉਸ ਤੋਂ ਬਾਅਦ ਕੀ ਹੋਇਆ? ਕੁਝ ਵੀ ਨਹੀਂ। ਜੇਕਰ ਜਾਂਚ ਚੱਲੀ ਆ ਤੇ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਨੂੰ ਪੇਸ਼ ਕਰ ਦੇਣੀ ਚਾਹੀਦੀ ਹੈ ਰਿਪੋਰਟ। ਤੇ ਜੇਕਰ ਇਹਦੇ ਬਾਰੇ ਪਹਿਲਾਂ ਹੀ ਰੌਲਾ ਪੈ ਕੇ ਹਟ ਗਿਆ ਤੇ ਹੁਣ ਇੱਕ ਵਾਰ ਫਿਰ ਤੋਂ ਰੌਲਾ ਹੀ ਪੈਂਦਾ ਪਿਆ ਜਾਂ ਸੱਚ ਹੈ, ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਵਾਕਈ 45 ਕਰੋੜ ਰੁਪਏ ਵਿੱਚ ਖਰੀਦਣ ਦੀ ਕੋਸ਼ਿਸ਼ ਕੀਤੀ ਹੈ, ਗੱਲ ਕੀਤੀ ਹੈ। ਉਹਨਾਂ ਲੀਡਰਾਂ ਦੇ ਨਾਮ ਤਾਂ ਸਾਹਮਣੇ ਆ ਜਾਂਦੇ ਚਾਹੀਦੇ ਨਾ। ਵੈਸੇ ਇੱਕ ਨੰਬਰ ਸੋਸ਼ਲ ਮੀਡੀਆ ਤੇ ਜਿਹਦੇ ਤੋਂ ਕਾਲ ਆਈ ਸੀਗੀ ਉਹ ਪੇਸ਼ ਕੀਤਾ। ਉਹ ਦੱਸਿਆ ਜਾ ਰਿਹਾ ਹੈ ਕਿ ਨੰਬਰ ਜਿਹੜਾ ਆ ਕੋਈ ਬਾਹਰਲੀ ਲਾਈਨ ਤੋਂ ਆਇਆ ਤੇ ਉਹਦੇ ਉੱਪਰੋਂ ਪੈਸੇ ਦੀ ਮੰਗ ਕੀਤੀ ਗਈ ਹੈ ਤੇ ਡਰਾਇਆ ਧਮਕਾਇਆ ਵੀ ਗਿਆ। ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਲੀਡਰ ਇਹ ਵੀ ਗੱਲ ਕਰਦੇ ਆ ਕਿ ਜਿਹੜੇ ਬੰਦੇ ਦੇ ਉੱਪਰ ਕੋਈ ਦੋਸ਼ ਹੈ ਉਹਨੂੰ ਡਰਾ ਧਮਕਾ ਕੇ ਜਾਂ ਫਿਰ ਜਿੱਤੇ ਦੋਸ਼ ਵੀ ਨਹੀਂ ਗੇ ਉਹਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਜਿਹੜੀ ਖੇਡ ਖੇਡੀ ਜਾ ਰਹੀ ਹੈ ਲੋਕਤੰਤਰ ਦੇ ਵਿੱਚ ਚੰਗੀ ਨਹੀਂ ਗੀ। ਹੁਣ ਦੂਸਰੇ ਪਾਸੇ ਇਸ ਮਾਮਲੇ ਜੇਕਰ ਗੱਲ ਕਰੀਏ, ਇਹ ਪਹਿਲਾਂ ਵੀ ਜ਼ਿਕਰ ਕੀਤਾ ਕਿ ਲੋਟਸ ਆਪਰੇਸ਼ਨ ਪਹਿਲੀ ਵਾਰ ਨਹੀਂ ਆਇਆ, ਇਸ ਤੋਂ ਪਹਿਲਾਂ ਵੀ ਕਈ ਵਾਰ ਜ਼ਿਕਰ ਇਹਦਾ ਹੋਇਆ। ਪਰ ਬਣਦਾ ਕੀ ਹੈ? ਬਣਿਆ ਤਾਂ ਕੁਛ ਵੀ ਨਹੀਂ ਨਾ ਇੱਕ ਵੀ ਵਾਰ। ਇਸ ਕਰਕੇ ਇਹਦੀ ਪੂਰਨ ਤੌਰ ਤੇ ਜਾਂਚ ਹੋਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਇਹ ਗੱਲ ਕਰ ਰਹੇ ਨੇ ਕਿ ਸਾਡੇ ਉੱਪਰ ਦੋਸ਼ ਲੱਗਦੇ ਪਏ ਆ, ਇਹਦੀ ਜਾਂਚ ਵੀ ਹੋ ਜਾਣੀ ਚਾਹੀਦੀ ਹੈ ਕਿ ਸੱਚੀ ਕਿਸੇ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਜਾਂ ਫਿਰ ਸਿਰਫ ਰੌਲਾ ਹੀ ਹੈ। ਦੂਸਰੇ ਪਾਸੇ ਉਹ ਦੋਸ਼ਾਂ ਦੀ ਗੱਲ ਕਰਦੇ ਆ ਤਾਂ ਉਧਰ ਇਸੇ ਤਰ੍ਹਾਂ ਦੇ ਦੋਸ਼ ਸੁਨੀਲ ਜਾਖੜ ਹੋਰਾਂ ਨੇ ਵੀ ਲਾਏ ਆ। ਜਾਖੜ ਸਾਹਿਬ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਕਿ 5000 ਰੁਪਏ ਦੇ ਵਿੱਚ ਜਿਹੜਾ ਮਾਲ ਵਿਕਦਾ ਨਹੀਂ ਉਹ 25-30 ਕਰੋੜ ਵਿੱਚ ਕੌਣ ਖਰੀਦੂਗਾ। ਇਹ ਵੀ ਸਿੱਧੇ ਤੌਰ ਤੇ ਕੀਤਾ ਹੋਇਆ ਉਹ ਸ਼ਬਦੀ ਹਮਲਾ ਜਿਹੜਾ ਲੀਡਰਾਂ ਨੂੰ ਚੁੱਭੇਗਾ ਜ਼ਰੂਰ। ਸੁਨੀਲ ਜਾਖੜ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ, ਰਿੰਕੂ ਸਾਹਿਬ ਨਾਲ ਸੀਗੇ ਹੋਰ ਵੀ ਕਈ ਸਿਆਸਤਦਾਨ। ਉਹਨਾਂ ਨੇ ਕਿਹੜੀ ਗੱਲ ਕਹੀ ਹੈ ਪਹਿਲਾਂ ਇੱਕ ਨਜ਼ਰ ਉੱਥੇ ਜ਼ਰੂਰ ਮਾਰਦੇ ਆ। ਅੱਜ ਜਿਹੜੇ ਮਗਰਮੱਛੀ ਆਂਸੂ ਬਹਾਏ ਜਾ ਰਹੇ ਹੈ, ਮੈਂ ਫੇਰ ਦੁਹਰਾ ਰਿਹਾ, ਮਗਰਮੱਛੀ ਆंसू बहाए जा रहे हैं भी साडे नाल धक्का हो रहा है। वो धक्का हर शख्स बना लेता है इखलाक का एक मयार, अपने लिए कुछ और, औरों के लिए कुछ और। सुशील रिंकू जी बैठे है, अज इन्हां दे वास्ते जेड़ी शब्दावली इस्तेमाल की गई है। शीतल अंगुराल जी बैठे, इन्हां दे वास्ते जेड़ी शब्दावली इस्तेमाल की गई है। मैं उन्होंने पूछना चाहना भगवंत मान जी नूं ते केजरीवाल साहब नूं, अज जिन्हां नूं तितलियां कहंदे है, अज तो जे 6 महीने पहले 8 महीने पहला जलंधर बाई इलैक्शन दे विच उदों है की सीगे साहब, उदों की सीगे? झूठे वादे करके जिस तरह तुसी सारे पंजाब नूं बेवकूफ बनाया। कल बड़े स्पष्ट तौर पर रिंकू जी ने दिल्ली बीजेपी हैडकुआटर च दस्सिया भी जो वादे किए गए सी जलंधर दे वास्ते
ਉਹਨਾਂ ਨੂੰ ਕਿਸ ਤਰ੍ਹਾਂ ਇੱਕ ਇੱਕ ਕਰਕੇ ਇਹਨਾਂ ਨੇ ਉਸ ਗੱਲ ਤੇ ਉੱਤੇ ਕੋਈ ਗੋਲੇ ਨਹੀਂ ਉਹਨਾਂ ਨੇ। ਕਹਿੰਦੇ ਕੂੜੇ ਦੇ ਢੇਰ ਹਟਾ ਦੂੰਗਾ ਮੈਂ, ਕਹਿੰਦੇ ਮੈਂ ਇੱਥੇ ਸੜਕਾਂ ਸਹੀ ਕਰਵਾ ਦੂੰਗਾ, ਮੈਂ ਇੱਥੇ ਡਿਵੈਲਪਮੈਂਟ ਦੀ ਦਰਿਆ ਬਹਾ ਦੂੰਗਾ। ਤੇ ਜਦੋਂ ਗੱਲ ਆਈ ਵੀ ਇਹਨਾਂ ਕੰਮ ਕਰਨ ਵਾਸਤੇ ਕੋਈ ਪੈਸੇ ਦਿਓ, ਮੈਨੂੰ ਲੱਗਦਾ ਵੀ ਦਵਾਨੀ ਨਹੀਂ ਦਿੱਤੀ ਸੁਸ਼ੀਲ ਰਿੰਕੂ ਜੀ ਨੂੰ ਉੱਥੇ ਡਿਵੈਲਪਮੈਂਟ ਦੇ ਕੰਮਾਂ ਵਾਸਤੇ। ਤੇ ਜਿਹੜੇ ਕੰਮਾਂ ਨੂੰ ਲੈ ਕੇ ਸੁਸ਼ੀਲ ਜੀ ਚਾਹੇ ਸਿੰਧੀਆ ਜੀ ਕੋਲ ਗਏ, एविएशन मिनिस्टर मोदी साहब की सरकार के अंदर, चाहे रेलवे मिनिस्टर कोल गए, इन्होंने चाहे रेलवे के जिहड़े काम सीगे, चाहे आदमपुर एयरपोर्ट का काम सीगा, खटाखट हाथों हथ आदमपुर एयरपोर्ट भी चालू होया, इन्हां दे अंडर ब्रिज ओवर ब्रिज भी सैंक्शन होए जिहड़े कामां नूं गए सीगे। ते इसे तरह जिहड़े वादियां नूं लैके शीतल जी तां वापस कर वापसी है, इसे बीजेपी पार्टी नाल पहला जुड़े रहे है। इन्हां नूं आ कह के लैके गए सी भी उत्थे जलंधर दे अंदर असी सारा जिहड़ा एक माहौल है गुंडागर्दी दा, लुट खो दा ते आ जिहड़े सट्टेबाज जिहड़े है वो खत्म कर दूंगा। अज तुहानूं शीतल अंगराल जी दसणगे भी जलंधर जिहड़ा हब बन गया है लॉटरी दा, जिहड़ा आ धंधा चल रहा है गरीबां नूं लुटण दा, जिहड़ा आम आदमी जिहड़ा छोटा मजदूर रात नूं अपने 10 रुपये या 20 रुपये, क्योंकि पर अजकल तां मेरे ख्याल लॉटरी की टिकट भी शीतल जी 100 रुपये की होगी, उस तो भी घट नहीं होंदी। वो जिहड़ा 500-400 रुपये की दिहाड़ी कमा के लिआंदा ਉਹਦੇ ਵੀ ਉਹਦੇ ਉੱਤੇ 100 रुपये ਦਾ ਜਿਹੜਾ ਟਾਂਕਾ इस भगवंत मान जी की सरकार या अज तक केजरीवाल साहब की सरकार से पिछले एक हफ्ते तो इन्हों की सरकार बनी है तो उत्थे दी एडमिनिस्ट्रेशन कह रही है शीतल जी इस मसले ते साडे नाल गल ना करो, यह तो हुक्म उत्तों आए है। हुण उत्ते जिहड़ा है उत्ते वाली पहलां तां तार दिल्ली ताईं जुड़दी सी, हुण वो दिल्ली ताईं जाण वाली तार तां ईडी महकमे ने कटती, हुण सिर्फ इत्थे 2 सैक्टर की कोठी 'च आके खत्म हुंदी है ਉਹਦੇ वास्ते। ते कल जिहड़े इल्जाम लग रहे सी 2 ਸੁਨੀਲ ਜਾਖੜ ਹੋਰਾਂ ਨੂੰ ਤੁਸੀਂ ਸੁਣਿਆ ਹੈ, ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ 2-3 ਗੱਲਾਂ ਅਹਿਮ ਕੀਤੀਆਂ, ਅਸੀਂ ਉੱਤੇ ਵੀ ਚਰਚਾ ਜ਼ਰੂਰ ਕਰਨੀ ਹੈ। ਜਿਹੜੀ 5000 ਵਾਲੀ ਗੱਲ ਕੀਤੀ ਹੈ ਜਾਂ 25-25 ਕਰੋੜ ਵਾਲੀ ਗੱਲ ਕੀਤੀ ਹੈ, ਪਰ ਸਵਾਲ ਵੀ ਉੱਠਦਾ ਪਿਆ ਕਿ ਸੁਨੀਲ ਜਾਖੜ ਇਸ ਵੇਲੇ ਸਿਆਸਤ ਦੇ ਵਿੱਚ ਕੱਦ ਆਪਣਾ ਉੱਚਾ ਕਰਨ ਦੇ ਵਿੱਚ ਕਾਮਯਾਬ ਰਹੇ ਨੇ, ਕਿਉਂਕਿ ਜਦੋਂ ਕਿਸੇ ਪਾਰਟੀ ਦੇ ਲੀਡਰ ਨੂੰ ਆਪਣੇ ਵੱਲ ਖਿੱਚਣਾ ਹੋਵੇ ਤਾਂ ਉਹ ਵੀ ਕੰਮ ਸੌਖਾ ਨਹੀਂ ਹੁੰਦਾ। ਜੇ ਵਿਧਾਇਕ ਨੂੰ ਖਿੱਚ ਲਿਆ ਉਹ ਵੀ ਬਹੁਤ ਵੱਡੀ ਗੱਲ ਹੈ, ਤੇ ਜੇਕਰ ਪਾਰਲੀਮੈਂਟ ਮੈਂਬਰ ਇੱਕ ਨਹੀਂ 2-2 ਉਹ ਵੀ ਮੌਜੂਦਾ ਉਹਨਾਂ ਨੂੰ ਆਪਣੇ ਨਾਲ ਰਲਾ ਲਿਆ ਜਾਵੇ ਤਾਂ ਇਸ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਹੈ। ਰਵਨੀਤ ਬਿੱਟੂ ਹੋਰਾਂ ਨੂੰ ਪਾਰਟੀ ਵਿੱਚ ਸ਼ਮੂਲੀਅਤ ਕਰਾਈ, ਭਾਵੇਂ ਉਸ ਦਿਨ ਜਾਖੜ ਸਾਹਿਬ ਉੱਥੇ ਨਹੀਂ ਸੀਗੇ, ਪਰ ਉਹ ਵੀ ਬਹੁਤ ਵੱਡੀ ਗੱਲ ਸੀਗੀ। ਉਸ ਤੋਂ ਬਾਅਦ ਜਦੋਂ ਸੁਸ਼ੀਲ ਰਿੰਕੂ ਨੂੰ ਪਾਰਟੀ ਵਿੱਚ ਸ਼ਾਮਲ ਕਰਾਇਆ ਤੇ ਨਾਲ ਇੱਕ ਵਿਧਾਇਕ ਚਲਾ ਗਿਆ, ਇਹ ਸਿੱਧੇ ਤੌਰ ਤੇ ਕਿਸੇ ਪਾਰਟੀ ਵਿੱਚ ਲਗਾਈ ਹੋਈ ਵੱਡੀ ਸੰਨ ਸੀ। ਇਹਨੂੰ ਕੋਈ ਮੰਨੇ ਚਾਹੇ ਨਾ ਮੰਨੇ, ਪਰ ਜਾਖੜ ਸਾਹਿਬ ਦਾ ਕੱਦ ਭਾਜਪਾ ਪਾਰਟੀ 'ਚ ਉੱਚਾ ਹੋਇਆ। ਉਹ ਵੱਖਰੀ ਗੱਲ ਹੈ ਕਿ ਇਸ ਵੇਲੇ ਬਹੁਤ ਸਾਰੇ ਲੀਡਰ ਭਾਜਪਾ ਪਾਰਟੀ ਦੇ ਜਿਹੜੇ ਉਮਰਸਾਜ ਨੇ, ਜਿਹੜੇ ਲੰਬਾ ਸਮਾਂ ਪਾਰਟੀ ਲਈ ਕੰਮ ਕਰਦੇ ਰਹੇ, ਜਿਨ੍ਹਾਂ ਨੂੰ ਲੱਗਦਾ ਸੀਗਾ ਕਿ ਭਾਈ ਸੀਟ ਸਾਨੂੰ ਦਿੱਤੀ ਜਾ ਸਕਦੀ ਹੈ, ਅੱਜ ਉਹਨਾਂ ਦੇ ਵਿੱਚੋਂ ਆਪਾਂ ਸ਼੍ਰੋਮਣੀ ਭਾਜਪਾ ਦੇ ਲੀਡਰ ਕਹਿ ਸਕਦੇ ਆ, ਕਿਉਂਕਿ ਮਜ਼ਬੂਤ ਲੀਡਰ ਨੇ ਉਹ। ਹੁਣ ਉਹ ਲੀਡਰ ਜਿਹੜੇ ਲੰਬੇ ਸਮੇਂ ਤੋਂ ਕਹਿੰਦੇ ਪਏ ਆ ਕਿ ਸਾਨੂੰ ਟਿਕਟ ਦੀ ਸੰਭਾਵਨਾ ਸੀ ਤੇ ਹੁਣ ਕਾਂਗਰਸ ਦੇ ਲੀਡਰ ਲਿਆ ਕੇ ਕਾਂਗਰਸ ਦੇ ਮੂਰਲੀ ਕਤਾਰ ਦੇ ਵਿੱਚ ਬਿਠਾਤੇ ਹੈ ਤੇ ਅਸੀਂ ਤਾਂ ਦੂਜੇ ਨੰਬਰ ਤੇ ਆਉਂਦੇ ਆ ਜਾਂ ਦੂਜੀ ਕਤਾਰ ਦੇ ਵਿੱਚ ਆਉਂਦੇ ਆ, ਉਹ ਲੀਡਰਾਂ ਦਾ ਕੀ ਬਣੇਗਾ। ਲੁਧਿਆਣੇ ਤੋਂ ਲੀਡਰ ਨੇ, ਜਲੰਧਰ ਤੋਂ 4 ਲੀਡਰ ਨੇ, ਬੋਲਦਾ ਕੋਈ ਵੀ ਨਹੀਂਗਾ। ਉਹਨਾਂ ਨੂੰ ਪਤਾ ਹੈ ਜੇ ਬੋਲ ਪਏ ਤਾਂ ਫਸ ਪੈਣਾ, ਜੇ ਬੋਲ ਪਏ ਤਾਂ ਕੰਮ ਔਖਾ ਹੋ ਜਾਣਾ। ਕਾਂਗਰਸ ਪਾਰਟੀ 'ਚੋਂ ਆਏ ਹੋਏ ਬਹੁਤ ਸਾਰੇ ਲੀਡਰਾਂ ਦੀ ਪ੍ਰਧਾਨਗੀ ਇਸ ਵੇਲੇ ਭਾਜਪਾ ਪਾਰਟੀ ਵਿੱਚ ਹੈਗੀ ਆ ਤੇ ਉਹਨਾਂ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਮਿਲੀਆਂ ਉਹਨੂੰ ਨਿਭਾਇਆ ਵੀ ਗਿਆ। ਜਾਖੜ ਸਾਹਿਬ ਦੀ ਜੇਕਰ ਗੱਲ ਕਰੀਏ ਪ੍ਰੈਸ ਕਾਨਫਰੰਸ ਦੀ, ਉਹ ਕਹਿੰਦੇ ਲੋਕ ਸਭਾ ਦੇ ਵਿੱਚ ਇਸ ਵਾਰ ਜਿੱਤ ਅਸੀਂ ਹਾਸਲ ਕਰਾਂਗੇ, ਪਰ ਆ ਜਿਹੜੇ 2 ਫਿਰੋਜ਼ਪੁਰ ਲੋਕ ਸਭਾ ਹਲਕੇ ਨਾਲ ਸੰਬੰਧ ਰੱਖਦੇ ਆ ਨਾ ਆ ਸਿਆਸਤਦਾਨ, ਜਿਨ੍ਹਾਂ ਨੇ ਕੱਲ ਕਹਿੰਦੇ ਪ੍ਰੈਸ ਕਾਨਫਰੰਸ ਕੀਤੀ ਹੈ, ਸਾਨੂੰ ਪਤਾ ਕਹਿੰਦੇ ਕਿੰਨੇ ਕੁ ਪਾਣੀਆਂ ਵਿੱਚ ਹੈ ਇਹ, ਸਾਡੇ 'ਚੋਂ ਹੀ ਗਏ ਆ, ਸਾਡੇ ਨਾਲ ਹੀ ਸੀਗੇ ਕਦੀ। 5-5000 ਰੁਪਏ ਦਾ ਕੇਸ ਹੈ ਕਹਿੰਦੇ ਇਹਨਾਂ ਤੇ, ਕੇਸ ਪਰਿਵਾਰਕ ਨੇ, ਮੈਂ ਕਹਿੰਦੇ ਉੱਤੇ ਬਹੁਤਾ ਜ਼ਿਕਰ ਨਹੀਂ ਕਰਨਾ, ਕੇਸ ਪਰਿਵਾਰਕ ਨੇ ਉਹਨਾਂ ਦੇ, ਪਰ 5-5000 ਰੁਪਏ ਦੇ ਵਿੱਚ ਜੇਕਰ ਬਾਜ਼ਾਰ 'ਚ ਕਵਾੜ ਕਹਿੰਦੇ ਮਿਲਦਾ ਤੇ 25 ਕਰੋੜ ਰੁਪਈਆ ਦੇਣ ਦੀ ਜ਼ਰੂਰਤ ਕਿਉਂ ਪੈ ਗਈ। ਹੁਣ ਪਤਾ ਨਹੀਂ ਹੈ ਕਿਹਨੂੰ ਕਹਿ ਦਿੱਤਾ, ਨਾਲ ਦੇ ਲੀਡਰਾਂ ਨੂੰ ਵੀ ਖਰੇ ਪਤਾ ਲੱਗ ਗਿਆ ਜਾਂ ਫਿਰ ਉਹਨਾਂ ਨੂੰ ਸਿਰਫ ਕਿਹਾ, ਕੁਛ ਵੀ ਹੋਵੇ, ਪਰ 25-25 ਕਰੋੜ ਰੁਪਏ ਦੀ ਗੱਲ ਜਿਹੜੀ ਇਸ ਵੇਲੇ ਨਿਕਲ ਰਹੀ ਹੈ। ਜਿਸ ਹਿਸਾਬ ਨਾਲ ਸਿਆਸਤਦਾਨ ਦਾਅਵੇ ਕਰ ਰਹੇ ਨੇ, ਜਿਸ ਹਿਸਾਬ ਨਾਲ ਸਿਆਸਤਦਾਨ ਕਹਿ ਰਹੇ ਨੇ ਕਿ ਲੋਕ ਸਭਾ ਦੀਆਂ ਚੋਣਾਂ ਤੇ ਜਿੱਤਣੀਆਂ ਅਸੀਂ ਆ, ਇਹ ਸਿਰਫ ਡਰਾਮਾ ਕੀਤਾ ਜਾ ਰਿਹਾ ਹੈ, ਸਾਡੇ ਉੱਪਰ ਦੋਸ਼ ਲਗਾਏ ਜਾ ਰਹੇ ਨੇ, ਕਿਸੇ ਨੂੰ ਵੀ ਖਰੀਦਿਆ ਨਹੀਂ ਜਾ ਰਿਹਾ ਪੈਸੇ ਨਾਲ, ਇਹ ਆਪ ਹੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ।
ਇਸ ਕਰਕੇ ਅਸੀਂ ਅੱਗੇ ਵੱਲ ਵਧ ਰਹੇ ਹਾਂ ਤੇ ਇਹ ਲੀਡਰ ਸਾਨੂੰ ਸਾਥ ਦੇ ਰਿਹਾ। ਜੇਕਰ ਵਾਕਈ ਇਸ ਤਰ੍ਹਾਂ ਠੀਕ ਹੈ, ਜੇਕਰ ਵਾਕਈ ਇਸ ਤਰ੍ਹਾਂ ਦੇ ਹਾਲਾਤ ਨੇ, ਤਾਂ ਵੀ ਹੋ ਸਕਦਾ ਆਉਂਦੇ ਸਮੇਂ 'ਚ ਬਹੁਤ ਸਾਰੇ ਲੀਡਰ ਵੀ ਤਿਆਰ ਹੋਣ। ਵੈਸੇ ਤਾਂ ਅੱਜ ਆਨੰਦਪੁਰ ਵਾਲੇ ਪਾਸਿਓਂ ਵੀ ਚਰਚੇ ਚੱਲਦੇ ਸੀ ਕਿ ਲੀਡਰ ਚੱਲੇ ਆ, ਖਡੂਰ ਸਾਹਿਬ ਤੋਂ ਵੀ ਫਿਰ ਬਾਅਦ 'ਚ ਰੌਲਾ ਪੈ ਗਿਆ। ਇਸੇ ਕਰਕੇ ਡਿੰਪਾ ਸਾਹਿਬ ਨੂੰ ਸਫਾਈ ਦੇਣੀ ਪਈ, ਕਹਿੰਦੇ ਨਹੀਂ ਜੀ ਇੱਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਗੀ, ਮੈਂ ਭਾਵੇਂ ਉਮੀਦਵਾਰਾਂ ਦੀ ਲਿਸਟ ਵਿੱਚ ਹੋਵਾਂ ਚਾਹੇ ਨਾ ਹੋਵਾਂ। ਵੈਸੇ ਉਹਨਾਂ ਜਿਹੜਾ ਆਪਣਾ ਦਾਅਵਾ ਠੋਕਿਆ ਸੀ ਉੱਥੇ ਉਹ ਤੋਂ ਵੀ ਦਾਅਵੇਦਾਰੀ ਤੋਂ ਪਿੱਛੇ ਹਟ ਗਏ ਆ ਕਹਿੰਦੇ। ਉਹ ਕਹਿੰਦੇ ਪਰ ਕਾਂਗਰਸ ਪਾਰਟੀ ਛੱਡ ਕੇ ਨਹੀਂ ਜਾਣਾ ਕਿਤੇ ਵੀ, ਰਹਿਣਾ ਤੇ ਕਾਂਗਰਸ ਪਾਰਟੀ ਵਿੱਚ ਹੀ ਹੈ। ਤੇ ਇਹੀ ਖਬਰਾਂ ਫਿਰ ਕੁਲਦੀਪ ਸਿੰਘ ਵੈਦ ਨੂੰ ਲੈ ਕੇ ਆ ਗਈਆਂ, ਕਹਿੰਦੇ ਵੈਦ ਸਾਹਿਬ ਵੀ ਚੱਲੇ ਆ। ਜਦੋਂ ਕਹਿੰਦੇ ਸੀ ਨਾ ਮੈਂ ਈਡੀ ਤੋਂ ਡਰਨ ਵਾਲਾ ਨਾ ਮੈਂ CBI ਤੋਂ ਡਰਨ ਵਾਲਾ, 5-6 ਵਾਰ ਜਾਂਚ ਉਹਨਾਂ ਨੂੰ ਲੈ ਕੇ ਹੋ ਗਈ ਹੈ, ਉਹਨਾਂ ਨੂੰ ਵੀ ਸਫਾਈ ਦੇਣੀ ਪਈ ਕਿ ਡਰਨ ਵਾਲੇ ਕਿਸੇ ਤੋਂ ਨਹੀਂ, ਰਹਿਣਾ ਤੇ ਰਹਿਣਾ ਸਿਰਫ ਕਾਂਗਰਸ ਦੇ ਵਿੱਚ ਹੀ ਹੈ। ਰਹਿੰਦੇ ਆ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ। ਵੈਸੇ ਚਰਚੇ ਤਾਂ ਅੱਜ ਇੱਕ ਦੁਆਬੇ ਜ਼ਿਲ੍ਹੇ ਦੇ ਵੀ MLA ਦੇ ਸੀਗੇ, ਮੌਜੂਦਾ MLA ਨੇ ਕਾਂਗਰਸ ਦੇ, ਤੇ ਕਹਿੰਦੇ ਉਹ ਵੀ ਚੱਲੇ ਆ ਭਾਜਪਾ ਪਾਰਟੀ 'ਚ। ਵੈਸੇ ਉਹ ਦਿੱਲੀ 'ਚ ਇੱਕ ਮੀਟਿੰਗ ਹੋ ਰਹੀ ਹੈ ਕਾਂਗਰਸ ਦੀ, ਤੇ ਦਿੱਲੀ ਦੇ ਵਿੱਚ ਜਾਣਾ ਜ਼ਰੂਰੀ ਹੁੰਦਾ ਕਾਂਗਰਸ ਦੀ ਮੀਟਿੰਗ 'ਚ ਜਾਣਾ। ਹੋ ਸਕਦਾ ਉਹ ਵੀ ਲੀਡਰ ਸ਼ਾਮਲ ਹੋਣ। ਨਾ ਅਸੀਂ ਇਸ ਕਰਕੇ ਨਹੀਂ ਲੈ ਰਹੇ ਕਿਉਂਕਿ ਪਤਾ ਨਹੀਂ ਹੁੰਦਾ ਸਿਆਸਤਦਾਨਾਂ ਦਾ। ਚੱਬੇਵਾਲ ਸਾਹਿਬ ਦੇ ਵੀ ਚਰਚੇ ਚੱਲੀ ਪਏ, ਆਮ ਆਦਮੀ ਪਾਰਟੀ ਛੱਡ ਕੇ ਕਹਿੰਦੇ ਭਾਜਪਾ ਜਾਣਾ ਕਿ ਨਹੀਂ ਜਾਣਾ ਵੱਖਰੀ ਗੱਲ ਹੈ, ਪਰ ਇੰਨਾ ਜ਼ਰੂਰ ਹੈ ਇਹ ਚਰਚਾਵਾਂ ਜਿਹੜੀਆਂ ਚੱਲਦੀਆਂ ਪਈਆਂ ਨੇ ਇਸ ਵੇਲੇ, ਬਹੁਤ ਸਾਰੇ ਸਿਆਸਤਦਾਨ ਜਾ ਵੀ ਸਕਦੇ ਆ ਤੇ ਕਈ ਰਾਜਨੀਤਿਕ ਪਾਰਟੀਆਂ ਵਿੱਚ ਆ ਵੀ ਸਕਦੇ ਆ। ਗੱਲ ਆਮ ਆਦਮੀ ਪਾਰਟੀ ਦੀ ਕਰ ਰਹੇ ਸੀ ਤਾਂ ਜ਼ਿਕਰ ਕੁੰਵਰ ਵਿਜੇ ਪ੍ਰਤਾਪ ਹੁਰਾ ਦਾ ਕਰਨਾ ਜ਼ਰੂਰ ਬਣਦਾ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਹੁਰਾ ਨੇ ਆਮ ਆਦਮੀ ਪਾਰਟੀ ਤੇ ਲੈ ਕੇ ਕੁਝ ਸਵਾਲ ਖੜੇ ਕੀਤੇ ਨੇ। ਆਪਣੀ ਰਾਜਨੀਤਿਕ ਪਾਰਟੀ ਉਹਨਾਂ ਦੀ ਸਵਾਲ ਖੜੇ ਕੀਤੇ ਹੈ, ਕੋਈ ਪਹਿਲੀ ਵਾਰ ਨਹੀਂ ਕੀਤੇ, ਪਹਿਲਾਂ ਵੀ ਕੀਤੇ। ਇਸ ਤੋਂ ਪਹਿਲਾਂ ਮਾਮਲਾ ਅਦਾਲਤ ਵਿੱਚ ਵੀ ਸੀਗਾ, ਅਦਾਲਤ ਵਿੱਚ ਵੀ ਪਹੁੰਚੇ ਸੀ ਬੇਅਦਬੀ ਤੇ ਬਾਈਬਲ ਕਲਾਂ ਗੋਲੀकांड ਮਾਮਲੇ 'ਚ। ਉਹ ਵੱਖਰੀ ਗੱਲ ਹੈ ਕਿ ਕੁੰਵਰ ਵਿਜੇ ਪ੍ਰਤਾਪ ਹੁਰੀ ਕਹਿੰਦੇ ਆ ਕਿ ਕਿਤੇ ਨਾ ਕੋਈ ਤਾਂ ਗੜਬੜੀ ਹੈਗੀ ਹੈ, ਕੋਈ ਸਮੱਸਿਆ ਸੀ ਤਾਂ ਫਿਰ ਉਹਦੀ ਕਮੀ ਸਾਨੂੰ ਲੱਭਣੀ ਪੈਣੀ ਆ। ਉਹਨਾਂ ਨੇ ਤਾਂ ਸ਼ਾਇਰਾਨਾ ਅੰਦਾਜ਼ ਦੇ ਵਿੱਚ ਲਿਖ ਦਿੱਤਾ, ਕਿਆ ਸੇ ਕਿਆ ਹੋ ਗਿਆ ਦੇਖਤੇ ਹੀ ਦੇਖਤੇ। ਗੱਲ ਤਾਂ ਠੀਕ ਹੈ, ਕਿਆ ਸੇ ਕਿਆ ਹੋ ਗਿਆ ਦੇਖਤੇ ਦੇਖਤੇ ਆਮ ਆਦਮੀ ਪਾਰਟੀ ਵੀ ਜ਼ਰੂਰ ਸੋਚਦੀ ਹੋਣੀ ਆ, ਪਰ ਇਹ ਨਸੀਹਤ ਜਿਹੜੀ ਉਹਨਾਂ ਨੇ ਦਿੱਤੀ ਆ ਕਿ ਸਾਨੂੰ ਵਿਚਾਰ ਕਰਨਾ ਪੈਣਾ ਹੈ ਕਿ ਪਾਰਟੀ ਦੇ ਸਿਆਸਤਦਾਨ ਨਾਰਾਜ਼ ਕਿਉਂ ਨੇ। ਨਾਰਾਜ਼ਗੀ ਉਹਨਾਂ ਨੇ ਆਪਣੀ ਵੀ ਜ਼ਾਹਰ ਕੀਤੀ ਹੈ, ਪਹਿਲੀ ਵਾਰ ਨਹੀਂ ਕੋਈ ਨਾਰਾਜ਼ਗੀ ਜ਼ਾਹਰ ਕੀਤੀ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਈ ਵਾਰ ਪੋਸਟਾਂ ਸੋਸ਼ਲ ਮੀਡੀਆ ਤੇ ਪਾਈਆਂ ਨੇ, ਖਾਸ ਕਰਕੇ ਉਦੋਂ ਵੀ ਪਾਈਆਂ ਸੀ ਜਦੋਂ ਸਾਡੇ ਇੱਕ ਵੱਡੇ ਮੰਤਰੀ ਸਾਹਿਬ ਦਾ PA ਫੋਨ ਨਹੀਂ ਚੱਕਦਾ ਪਿਆ ਸੀ। ਉਸ ਵੇਲੇ ਵੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਕਰੀਬੀ ਦੀ ਗੱਲ ਕੀਤੀ ਉਹਨਾਂ ਨੇ ਕਿ ਫੋਨ ਨਹੀਂ ਚੱਕਦੇ ਪਏ, ਤਾਂ ਉਸ ਵੇਲੇ ਵੀ ਸਵਾਲ ਖੜੇ ਹੋਏ ਸੀਗੇ। ਕੁੰਵਰ ਵਿਜੇ ਪ੍ਰਤਾਪ ਹੁਰਾਂ ਨੇ ਇਹ ਗੱਲ ਕੋਈ ਪਹਿਲੀ ਵਾਰ ਥੋੜ੍ਹੀ ਕਹੀ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਕਿਹਾ। ਅਸੀਂ ਜ਼ਿਕਰ ਕੀਤਾ ਚਾਹੇ ਬਾਈਬਲ ਕਲਾਂ ਗੋਲੀकांड ਹੋਵੇ, ਚਾਹੇ ਬੇਅਦਬੀ ਦਾ ਮਾਮਲਾ ਹੋਵੇ, ਕਈ ਮਾਮਲੇ 3 ਕੇਸ ਦਰਜ ਹੈ। ਇਹਨਾਂ ਵਿੱਚੋਂ ਕੁਝ ਕੁ ਸਿਆਸਤਦਾਨ ਜਿਹੜੇ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਸੀ 24 ਘੰਟੇ ਦੇ ਵਿੱਚ ਇਨਸਾਫ ਦਵਾ ਦਾਂਗੇ, ਸਰਕਾਰ ਆਉਣ ਦਿਓ, ਇੱਕ ਵਾਰ ਸਾਨੂੰ ਵੋਟਾਂ ਪਾ ਦਿਓ। ਇਸੇ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ, ਤੇ ਇਸੇ ਕਰਕੇ ਲੋਕਾਂ ਨੇ ਉਹਨਾਂ ਨੂੰ ਚੁਣਿਆ। ਪਰ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਇਹ ਸਾਰਾ ਘਟਨਾਕ੍ਰਮ ਵਾਪਰਿਆ, ਪੰਥਕ ਪਾਰਟੀ ਦੀ ਸਰਕਾਰ ਹੋਵੇ, ਉਦੋਂ ਨਹੀਂ ਕੁਝ ਬਣਿਆ। ਕਾਂਗਰਸ ਦੀਆਂ 2 ਸਰਕਾਰਾਂ ਚਲੀ ਗਈਆਂ, ਕੈਪਟਨ ਅਮਰਿੰਦਰ ਸਿੰਘ ਹੁਰੀ 2 ਚੀਜ਼ਾਂ ਦੀ ਸਹੁੰ ਸਭ ਤੋਂ ਵੱਧ ਖਾਧੀ, ਇੱਕ ਤਾਂ ਨਸ਼ੇ ਖਤਮ ਕਰਨ ਦੀ, ਇੱਕ ਇਨਸਾਫ ਦਿਵਾਉਣ ਦੀ। ਨਸ਼ੇ ਖਤਮ ਕਰਨ ਨੂੰ ਲੈ ਕੇ ਜਿਹੜੀ ਉਹਨਾਂ ਨੇ ਸਹੁੰ ਖਾਧੀ, ਹੱਥ ਵਿੱਚ ਸ਼੍ਰੀ ਗੁਟਕਾ ਸਾਹਿਬ ਫੜ ਕੇ, ਕਿੰਨਾ ਕੁ ਨਸ਼ਾ ਖਤਮ ਹੋਇਆ ਲੋਕ ਤਾਂ ਅੱਜ ਤੱਕ ਵੀ ਪੁੱਛਦੇ ਆ। ਤੇ ਕਾਂਗਰਸ ਪਾਰਟੀ ਵਿੱਚ ਹੀ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਸਰਕਾਰ ਹੈ, ਇਨਸਾਫ ਤਾਂ ਉਹ ਵੀ ਨਹੀਂ ਦਵਾ ਸਕੇ। ਆਮ ਆਦਮੀ ਪਾਰਟੀ ਨੇ ਵੋਟਾਂ ਤੋਂ ਪਹਿਲਾਂ ਇਹਨੂੰ ਇੱਕ ਮੁੱਦਾ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ, ਪਰ ਇਨਸਾਫ ਤਾਂ ਅਜੇ ਤੱਕ ਵੀ ਨਹੀਂ ਮਿਲਿਆ ਨਾ। ਆਉਂਦੇ 3 ਸਾਲ ਬਚੇ ਨੇ ਸਰਕਾਰ ਦੇ ਕੋਲ, 2 ਪੂਰੇ ਹੋ ਚੁੱਕੇ ਨੇ। 2 ਸਾਲ 'ਚ ਕਿੰਨਾ ਕੁ ਭਰੋਸਾ ਕਿ ਇਨਸਾਫ ਦਵਾ ਦਿੱਤਾ ਜਾਵੇਗਾ? ਸਵਾਲ ਤਾਂ ਇਹ ਵੀ ਹੈ। ਪਰ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਕਿਹਾ ਕਿ ਨਾ ਹੀ ਸਿਆਸਤਦਾਨ ਕੋਈ ਫੋਨ ਚੁੱਕਦੇ ਆ, ਨਾ ਹੀ ਕੋਈ ਸਾਥ ਦਿੱਤਾ ਜਾ ਰਿਹਾ, ਨਾ ਹੀ ਇਸ ਮਾਮਲੇ 'ਤੇ ਸੋਚਿਆ ਜਾ ਰਿਹਾ। ਪਰ ਆਮ ਆਦਮੀ ਪਾਰਟੀ ਵਿੱਚ ਅੱਜ ਜੋ ਤੋੜ ਭੰਨ ਹੋ ਰਹੀ ਹੈ, ਟੁੱਟ ਭੱਜ ਹੋ ਰਹੀ ਹੈ, ਇਹਦੇ ਬਾਰੇ ਉਹਨਾਂ ਨੇ ਫਿਕਰ ਤੇ ਜ਼ਿਕਰ ਜ਼ਾਹਰ ਜ਼ਰੂਰ ਕੀਤਾ ਕਿ ਪਾਰਟੀ ਨੂੰ ਇਹ 'ਤੇ ਵਿਚਾਰ ਕਰਨਾ ਜ਼ਰੂਰ ਪੈਣਾ। ਤੇ ਵਿਚਾਰ ਉੱਧਰ ਜੇਕਰ ਦਿੱਲੀ ਵਾਲੇ ਪਾਸੇ ਦੇਖੀਏ, ਅਰਵਿੰਦ ਕੇਜਰੀਵਾਲ ਹੋਰਾਂ ਦਾ ਜ਼ਿਕਰ ਕਰਨਾ ਵੀ ਜ਼ਰੂਰ ਬਣਦਾ ਹੈ, ਕਿਉਂਕਿ ਕੇਜਰੀਵਾਲ ਈਡੀ ਦੀ ਹਿਰਾਸਤ ਵਿੱਚ ਨੇ ਤੇ ਇਸ ਵੇਲੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਈ। ਕੱਲ੍ਹ ਵੀ ਸੁਣਵਾਈ ਹੋਈ, ਅੱਜ ਵੀ ਸੁਣਵਾਈ ਹੋਈ, 2:30 ਵਜੇ ਸੁਣਵਾਈ ਖਤਮ ਹੋਈ ਹੈ। ਉਹਨਾਂ ਨੇ ਆਪਣੇ ਕੇਸ ਦੀ ਪੈਰਵੀ ਆਪ ਕੀਤੀ ਹੈ। ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ ਕਿ 4 ਗਵਾਹ, ਜਿਹੜੇ 4 ਗਵਾਹ ਸੀ, 4 ਬਿਆਨ, ਕੀ ਇਹ 4 ਬਿਆਨ ਬਹੁਤ ਹੈ ਮੇਰੀ ਗ੍ਰਿਫਤਾਰੀ ਦੇ ਲਈ? ਇੱਕ ਬਹੁਤ ਵੱਡਾ ਸਵਾਲ ਹੈ। ਇਹ ਗੱਲ ਉਦੋਂ ਕਹੀ ਗਈ ਹੈ ਜਦੋਂ ਆਮ ਆਦਮੀ ਪਾਰਟੀ ਦੇ ਵਰਕਰ ਕਹਿੰਦੇ ਆ ਕਿ ਕੇਜਰੀਵਾਲ ਹੋਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਤੁਹਾਨੂੰ ਯਾਦ ਹੋਣਾ ਕੱਲ੍ਹ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਮੀਡੀਆ ਦੇ ਮੂਹਰੇ ਆਏ, ਉਹਨਾਂ ਨੇ ਕਿਹਾ ਕਿ ਸ਼ੂਗਰ ਲੈਵਲ ਵਧਿਆ ਪਿਆ,
ਸਰੀਰਕ ਤੌਰ ਤੇ ਬਹੁਤ ਸਾਰੀਆਂ ਸਮੱਸਿਆਵਾਂ ਨੇ, ਉਹ ਠੀਕ ਨਹੀਂ ਤੇ ਅਦਾਲਤ ਵਿੱਚ ਉਹਨਾਂ ਦੇ ਇਲਾਜ ਸਹੀ ਤਰੀਕੇ ਨਾਲ ਉੱਥੇ ਹੋਵੇ, ਜੇਲ੍ਹ ਦੇ ਵਿੱਚ ਹਿਰਾਸਤ ਦੇ ਵਿੱਚ, ਉਹਨਾਂ ਨੇ ਸਵਾਲ ਖੜੇ ਕੀਤੇ। ਕੱਲ੍ਹ ਹੀ ਉਹਨਾਂ ਨੇ ਗੱਲ ਕਹੀ ਸੀ ਕਿ ਅਰਵਿੰਦ ਕੇਜਰੀਵਾਲ ਜਿਹੜੇ ਸਬੂਤ ਹੋਣਗੇ ਅਦਾਲਤ ਵਿੱਚ ਪੇਸ਼ ਕਰਨਗੇ। ਹਾਲਾਂਕਿ ਅੱਜ ਬਹੁਤੇ ਕੋਈ ਸਬੂਤ ਪੇਸ਼ ਕੀਤੇ ਨਹੀਂ, ਹੋ ਸਕਦਾ ਇਹ ਲਈ ਥੋੜ੍ਹੇ ਜਿਹੇ ਦਿਨ ਹੋਰ ਲੈਣ, ਪਰ ਕੇਸ ਦੀ ਪੈਰਵਾਈ ਆਪ ਕਰਨੀ ਸ਼ੁਰੂ ਕਰ ਦਿੱਤੀ ਹੈ। ਪਹਿਲੇ ਸੀਟਿੰਗ ਮੁੱਖ ਮੰਤਰੀ ਹੋ ਗਏ ਨੇ ਉਹ ਕਿ ਜਿਹੜੇ ਹਿਰਾਸਤ ਵਿੱਚ ਵੀ ਹੈ ਤੇ ਜਿਨ੍ਹਾਂ ਨੇ ਆਪਣੇ ਕੇਸ ਦੀ ਆਪ ਪੈਰਵਾਈ ਕੀਤੀ ਹੈ। ਦੂਸਰੇ ਪਾਸੇ ਲੈਫਟੀਨੈਂਟ ਗਵਰਨਰ ਦਿੱਲੀ ਦੇ, ਉਹ ਕਹਿੰਦੇ ਸਰਕਾਰ ਨਹੀਂ ਚੱਲ ਸਕਦੀ ਇੱਦਾਂ ਜੇਲ੍ਹ ਦੇ ਵਿੱਚੋਂ, ਸਰਕਾਰ ਜੇਲ੍ਹ ਤੋਂ ਬਾਹਰ ਹੀ ਚਲਾਉਣੀ ਪੈਣੀ ਹੈ ਤੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਤੇ ਹੋਰ ਕੋਈ ਮੁੱਖ ਮੰਤਰੀ ਲਗਾਉਣਾ ਚਾਹੀਦਾ। ਹਾਲਾਂਕਿ ਇਹ ਜਿਹੜੀ ਪਟੀਸ਼ਨ ਸੀ ਅੱਜ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਈਡੀ ਦੀਆਂ ਦੋ ਦਲੀਲਾਂ ਜਿਹਦੇ ਕਰਕੇ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਧੀਆਂ ਦਿਖਾਈ ਦੇ ਰਹੀਆਂ ਨੇ। ਇੱਕ ਤਾਂ ਅਰਵਿੰਦ ਕੇਜਰੀਵਾਲ ਦਾ ਜਿਹੜਾ ਮੋਬਾਈਲ ਫੋਨ ਸੀਗਾ ਉਹਦੇ ਵਿੱਚੋਂ ਡਾਟਾ ਇਕੱਠਾ ਕੀਤਾ, ਉਹ ਐਨਾਲਾਈਜ਼ ਕਰਨਾ ਅਜੇ ਈਡੀ ਨੇ ਕਿਹਾ ਕਿ ਸਾਨੂੰ ਸਮਾਂ ਚਾਹੀਦਾ। ਦੂਸਰਾ ਕਹਿੰਦੇ ਉਹਨਾਂ ਦੇ ਧਰਮ ਪਤਨੀ ਦੇ ਮੋਬਾਈਲ ਦੇ ਵਿੱਚੋਂ ਵੀ ਡਾਟਾ ਕੱਢਿਆ, ਉਹ ਵੀ ਐਨਾਲਾਈਜ਼ ਕਰਨਾ। ਤੇ ਇੱਕ ਹੋਰ ਚੀਜ਼ ਜਿਹੜੀ ਹੈ ਅਰਵਿੰਦ ਕੇਜਰੀਵਾਲ ਹੋਰਾਂ ਤੋਂ ਕਹਿੰਦੇ 4 ਡਿਵਾਈਸ ਮਿਲੇ ਆ, ਉਹ ਜੇ ਡਾਟਾ ਕੱਢਣਾ ਫਿਰ ਸਾਰਾ ਦੇਖਣਾ ਤੇ ਫਿਰ ਕੇਸ ਅੱਗੇ ਵੱਲ ਤੋਰਨਾ, ਜਿਹਦੇ ਕਰਕੇ ਉਹਨਾਂ ਦਾ ਰਿਮਾਂਡ ਇਹ ਵਧਾਇਆ ਗਿਆ। ਅਰਵਿੰਦ ਕੇਜਰੀਵਾਲ ਹੋਰੀ ਹੁਣ ਜਦੋਂ ਅਦਾਲਤ ਵਿੱਚ ਸੀਗੇ ਤਾਂ ਉਹਨਾਂ ਨੇ ਸ਼ੁਰੂਆਤ ਕੀਤੀ, ਉਹ ਕਹਿੰਦੇ ਮੈਂ ਈਡੀ ਦਾ ਬਹੁਤ ਧੰਨਵਾਦ ਕਰਦਾ ਕਿ 2 ਸਾਲ ਹੋ ਗਏ ਇਸ ਕੇਸ ਨੂੰ ਚੱਲਦੇ ਨੂੰ, ਮਿਲਿਆ ਕੁਛ ਨਹੀਂ। ਕਹਿੰਦੇ 200 ਤੋਂ ਵੱਧ ਗਵਾਹ, 200 ਤੋਂ ਵੱਧ ਛਾਪੇਮਾਰੀ, ਪਰ ਇਹ ਵੀ ਨਾ ਜ਼ਰੂਰ ਹੈ 32ਵਾਂ ਚਿਹਰਾ ਨੇ ਅਰਵਿੰਦ ਕੇਜਰੀਵਾਲ ਜਿਨ੍ਹਾਂ ਦੀ ਇਸ ਮਾਮਲੇ ਵਿੱਚ ਗ੍ਰਿਫਤਾਰੀ ਹੋਈ ਹੈ। ਜਦੋਂ ਅਦਾਲਤ ਨੇ ਪੁੱਛਿਆ ਕਿ ਤੁਹਾਨੂੰ ਈਡੀ ਬਾਰ-ਬਾਰ ਸੰਮਨ ਜਾਰੀ ਕਰ ਰਿਹਾ ਸੀ, ਤੁਸੀਂ ਪਹੁੰਚੇ ਕਿਉਂ ਨਹੀਂ, ਜਵਾਬ ਦਿੱਤਾ। ਫਿਰ ਜਦੋਂ ਪੁੱਛਿਆ ਗਿਆ ਕਿ ਤੁਸੀਂ ਅਦਾਲਤ ਵਿੱਚ ਉਹ ਲਿਖ ਕੇ ਕਿਉਂ ਨਹੀਂ ਦਿੰਦੇ ਸਾਰਾ ਕੁਝ, ਕੇਜਰੀਵਾਲ ਸਾਹਿਬ ਕਹਿੰਦੇ ਮੈਂ ਬੋਲਣਾ ਚਾਹੁੰਦਾ। ਜਦੋਂ ਬੋਲੇ ਤਾਂ ਫਿਰ ਇਹੀ ਗੱਲ ਉਹਨਾਂ ਨੇ ਕਹੀ ਹੈ ਕਿ ਮੇਰਾ ਨਾਮ 4 ਜਗ੍ਹਾ ਆਇਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਉੱਥੇ ਹਾਜ਼ਰੀ ਵਿੱਚ ਦਸਤਾਵੇਜ਼ ਸਿਸੋਦੀਆ ਹੋਰਾਂ ਦਿੱਤੇ ਗਏ ਸੀ, ਮੇਰੇ ਘਰ ਰੋਜ਼ ਵਿਧਾਇਕ ਆਉਂਦੇ ਆ। ਕੀ ਇਹ ਸਟੇਟਮੈਂਟ ਇੱਕ ਮੌਜੂਦਾ ਮੁੱਖ ਮੰਤਰੀ ਨੂੰ ਗ੍ਰਿਫਤਾਰ ਕਰਨ ਲਈ ਬਹੁਤ ਹੈ? ਇੰਨੀ ਕਹਿੰਦੇ ਗੱਲ ਹੋਈ ਹੈ, ਇਹਦੇ ਆਧਾਰ ਤੇ ਮੈਨੂੰ ਗ੍ਰਿਫਤਾਰ ਕੀਤਾ, ਤੁਸੀਂ ਦੱਸਿਆ ਜਾਵੇ ਫਿਰ ਕਿੱਦਾਂ ਅੱਗੇ ਕੀਤੀ ਜਾਵੇ। ਸੋ ਇਹ ਮੌਕੇ 'ਤੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਕਿਤੇ ਨਾ ਕਿਤੇ ਧਿਆਨ ਜ਼ਰੂਰ ਮੰਗਦੇ ਆ। ਉਧਰ ਆਮ ਆਦਮੀ ਪਾਰਟੀ ਦੇ ਲੀਡਰ ਵੀ ਜਿਹੜੇ ਪ੍ਰੈਸ ਕਾਨਫਰੰਸ ਕਰ ਰਹੇ ਨੇ, ਆਥੀ ਹੋਰਾਂ ਨੇ, ਦਿੱਲੀ ਦੇ ਮਿनिस्टर ने उन्होंने प्रेस कॉन्फ्रेंस की है, उन्होंने की कहा, एक नजर उधर मारते हैं। भ्रष्टाचार के पैसे को और इस मनी लॉन्डरिंग के पैसे को देश के गरीबों में बांटने का उन्होंने कहा कि अगर मैं फिर से प्रधानमंत्री बनता हूं तो मैं कोई ना कोई कानूनी रास्ता इसका निकालूंगा। मैं आज प्रधानमंत्री नरेंद्र मोदी जी से कहना चाहती हूं, ईडी के रेड के बाद मनी लॉन्ड्रिंग के अक्यूज्ड कंपनियों का सबसे ज्यादा पैसा भारतीय जनता पार्टी के पास चंदे के रूप में आया है, इलेक्टोरल बॉन्ड्स के रूप में आया है। जो पैसा ईडी के पास आया है उसको तो देश की जनता में बांटने के लिए आपको कोई कानून बनाना पड़ेगा, लेकिन इन सारे आरोपियों का, ये सारे मनी लॉन्डर्ड पैसे का सबसे बड़ा फायदा, इसकी सबसे बड़ी बेनिफिशियरी भारतीय जनता पार्टी रही है। तो अगर आप इन भ्रष्ट कंपनियों का पैसा, इन मनी लॉन्ड्रिंग कर रही कंपनियों का पैसा देश की जनता में बांटना चाहते हैं, जनहित में बांटना चाहते हैं, तो मैं आपसे आग्रह करूंगी कि जो 41 ऐसी कंपनियां हैं जिन पर आईटी की रेड हुई, जिन पर सीबीआई की रेड हुई, जिन पर इन्फोर्समेंट डायरेक्टोरेट की रेड हुई और जिन्होंने 2741 करोड़ रुपए का चंदा भारतीय जनता पार्टी को दिया है, आपको उसको बांटने के लिए, उसको जनहित में लगाने के लिए आपको कोई कानून नहीं चाहिए। तो मैं उनसे आग्रह करूंगी, मैं भारतीय जनता पार्टी से आग्रह करूंगी कि वो आज आकर पब्लिक में ये घोषणा करें कि 2741 करोड़ रुपए जो हमें ऐसी कंपनियों से मिले हैं जिन पर ईडी सीबीआई की रेड हुई है, उसको हम प्रचार में खर्च नहीं करेंगे, उसको हम चुनाव में खर्च नहीं करेंगे, उसको हम देश की जनता में बांटेंगे, हम किसी चैरिटी में देंगे, हम स्कूल बनाने के लिए, अस्पताल बनाने के लिए गरीबों को देंगे।
उदाहरण के तौर पे, और ये सब जानते हैं कि एक एक करके जिन जिन कंपनियों पर सीबीआई ईडी ने रेड किया, उन्होंने कुछ दिन बाद इलेक्टोरल बॉन्ड खरीदे और भारतीय जनता पार्टी को पैसा दिया। सबसे पहले और सबसे नामी शराब कारोबारी शरत चंद्र रेड्डी, जिनको 10 नवंबर को ईडी ने गिरफ्तार किया, और उनकी गिरफ्तारी के कुछ ही दिनों के अंदर अंदर शराब कारोबारी शरत रेड्डी ने 55 करोड़ रुपए का चंदा भारतीय जनता पार्टी को दिया। तो ये तो भ्रष्टाचार का पैसा हुआ। इनको तो ईडी ने गिरफ्तार किया था, तो मोदी जी के अनुसार ये पैसा तो देश की जनता में जाना चाहिए, उनको तो कोई कानून नहीं रोकता। तो मैं आग्रह करूंगी कि आज ही जेपी नड्डा जी प्रधानमंत्री नरेंद्र मोदी जी की तरफ से ये घोषणा करें कि जो 55 करोड़ रुपया शराब कारोबारी शरत चंद्र रेड्डी से भारतीय जनता पार्टी को मिला है, उनकी ईडी के गिरफ्तारी द्वारा भारतीय जनता पार्टी आज डिक्लेयर करे कि वो इस भ्रष्टाचार के पैसे को चुनाव में नहीं इस्तेमाल करेगी। दूसरी कंपनी फ्यूचर गेमिंग, जिस पर अप्रैल 2022, सितंबर 2022, जुलाई 2022, अप्रैल 2023 में ईडी की रेड हुई। इस फ्यूचर गेमिंग कंपनी ने 52 करोड़ रुपए का चंदा इलेक्टोरल बॉन्ड्स के थ्रू भारतीय जनता पार्टी को दिया है। तो मैं चाहूंगी कि आज भारतीय जनता पार्टी घोषणा करे कि ये जो 52 करोड़ रुपए भ्रष्टाचार का, जो 52 करोड़ रुपए मनी लॉन्ड्रिंग का भारतीय जनता पार्टी के पास आया है। ਆਚੀ ਹੋਰਾਂ ਦੀ ਪ੍ਰੈਸ ਕਾਨਫਰੰਸ ਤੁਸੀਂ ਸੁਣੀ ਹੈ। ਦੇਖਦੇ ਆ ਆਉਂਦੇ ਸਮੇਂ ਨੂੰ ਹਾਲਾਤ ਕਿੱਧਰ ਨੂੰ ਜਾਂਦੇ ਨੇ, ਪਰ ਇੰਨਾ ਜ਼ਰੂਰ ਹੈ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਇਸ ਵੇਲੇ ਵੱਧਦੀਆਂ ਦਿਖਾਈ ਦੇ ਰਹੀਆਂ ਨੇ। ना ही मेरे ऊपर कोई आरोप तय हुए हैं, ना ही मेरे ऊपर कोई आरोप लगे हैं। अभी तक केस में सीबीआई ने 31,000 पेज कोर्ट में फाइल किए हैं और 294 विटनेस यानी कि गवाह एग्जामिन किए गए हैं। ईडी ने लगभग 162 विटनेस को एग्जामिन किया है और करीब 25,000 पेज फाइल किए हैं। इन सारे विटनेस और कागजों को मिलाकर मुझे क्यों गिरफ्तार किया गया है? मेरे नाम सीधे सीधे 4 स्टेटमेंट डाले गए हैं, यानी कि लगभग 4 स्टेटमेंट ऐसे हैं जिनमें अरविंद केजरीवाल जी के नाम का जिक्र है, और उन्होंने कहा कि मैं ये चारों स्टेटमेंट्स के विषय में आपके सामने बात रखना चाहता हूं। पहला स्टेटमेंट मनीष सिसोदिया जी के तब के सेक्रेटरी सी अरविंद के विषय में था। उन्होंने कहा मेरा नाम 4 जगह आ रहा है। सबसे पहले हैं सी अरविंद। सी अरविंद मनीष सिसोदिया के सेक्रेटरी थे। उन्होंने यह बयान दिया कि एक दिन वह मेरे घर में मेरी मौजूदगी में मनीष सिसोदिया जी से उनके कुछ एक्साइज के डॉक्यूमेंट्स हैंडओवर किए, यानी कि सी अरविंद को मनीष सिसोदिया जी ने सीएम साहब के घर पे कुछ एक्साइज के डॉक्यूमेंट्स हैंडओवर किए। उन्होंने यह नहीं कहा कि कुछ पैसे दिए, ऐसा कोई आरोप नहीं है। मैडम, मेरे घर पे ढेरों विधायक, मंत्री और अधिकारी आते हैं, उनके सेक्रेटरी आते हैं, वह आपस में खुसर पुसर करते रहते हैं और कई कागज एक दूसरे से एक्सचेंज करते हैं। मुझे क्या पता कौन किसको क्या दे रहा है? क्या यह बयान एक मौजूदा मुख्यमंत्री को गिरफ्तार करने के लिए काफी है? उन्होंने कोर्ट के सामने अपना यह सवाल रखा। उसके बाद उन्होंने दूसरे गवाह के ऊपर आए, जिनका नाम है मुगुंटा श्रीनिवास रेड्डी, जिनको एमएसआर भी कहते हैं, जो जगन रेड्डी की पार्टी के सांसद थे। एमएसआर एक दिन 16 मार्च 2021 को 4:30 बजे उनके दफ्तर में आए। इससे पहले उन्होंने 10 दिन पहले अरविंद केजरीवाल जी को चिट्ठी लिखी कि मैं एक सांसद हूं, मुख्यमंत्री से मिलना चाहता हूं। अरविंद जी कह रहे हैं मेरे ऑफिस में उन्हें 10 दिन बाद मिलने का समय दे दिया गया। वह 4:30 बजे
मेरे पास मिलने के लिए आए। मैं किसी वजह से जल्दी में था तो उन्होंने मेरे से कहा कि मुझे दिल्ली में अपना फैमिली चैरिटेबल ट्रस्ट खोलना है, उसके लिए मुझे जमीन चाहिए। हमने कहा कि जमीन हमारे अंडर नहीं आती, एलजी साहब के अंडर आती है। आप चिट्ठी दे दीजिए, मैं एलजी साहब को फॉरवर्ड कर दूंगा, यानी कि पहुंचवा दूंगा। 16 सितंबर 2022 को उनके घर पे रेड पड़ी। उनसे पूछा जाता है कि क्या आप अरविंद केजरीवाल जी से मिले? उन्होंने कहा कि जी हां, मैं मिला और मैंने अरविंद केजरीवाल जी से अपनी फैमिली के ट्रस्ट के लिए जमीन मांगने की बात कही थी। 16 सितंबर, ये जो स्टेटमेंट है ये 16 सितंबर 2022 को सेक्शन 17 में ली गई थी। ये एक पीएमएलए का सेक्शन है। 5 महीने बाद यानी कि 10 फरवरी को उनके बेटे को गिरफ्तार कर लिया जाता है। मुगुंटा रेड्डी के बेटे को गिरफ्तार किया जाता है। उसके बावजूद वह अपने पुराने स्टेटमेंट पे कायम रहते हैं। जब 5 महीने तक उनका बेटा गिरफ्तार रहता है तो बाप टूट जाता है। 16 जुलाई को उसके पिता अपना स्टेटमेंट बदल लेते हैं, यानी कि राघव के पिता मुगुंटा रेड्डी अपना स्टेटमेंट बदल लेते हैं। ਅੱਗੇ ਵਧਦੇ ਹਾਂ, ਗੱਲ ਕਰਨੀ ਹੈ ਅਦਾਲਤਾਂ ਦੀ। ਅੱਜ ਚੀਫ ਜਸਟਿਸ ਆਫ ਇੰਡੀਆ ਨੂੰ 600 ਤੋਂ ਵੱਧ ਵਕੀਲਾਂ ਨੇ ਇੱਕ ਚਿੱਠੀ ਲਿਖੀ ਹੈ। ਚਿੱਠੀ ਵਿੱਚ ਲਿਖ ਕੇ ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਮਾਮਲੇ ਲਟਕਦੇ ਜਾ ਰਹੇ ਨੇ। ਦੂਸਰੀ ਉਹਨਾਂ ਨੇ ਗੱਲ ਲਿਖੀ ਹੈ ਕਿ ਭਾਰਤ ਵਿੱਚ ਰਾਜਨੀਤਿਕ ਦਬਾਅ ਪਾਇਆ ਜਾ ਰਿਹਾ ਕੇਸਾਂ 'ਤੇ। ਨਿਆਂਪਾਲਿਕਾ ਡਾਵਾਡੋਲ ਹੈ, ਖਤਰੇ ਦੇ ਵਿੱਚ ਹੈ। ਲੋਕਤੰਤਰ ਖਤਰੇ ਵਿੱਚ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਿਛਲੇ ਸਮੇਂ ਦੇ ਦੌਰਾਨ ਭਾਰਤ ਵਿੱਚ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਪਾਏ ਗਏ ਹੈ ਜਿਹੜੇ ਕਈ ਸਾਲ ਹੋ ਗਏ ਅਜੇ ਤੱਕ ਲਟਕਦੇ ਆ ਰਹੇ ਆ। ਖਤਮ ਕਿੱਦਾਂ ਹੋਣੇ ਉਹ ਕੇਸ? 1 ਲੱਖ ਤੋਂ ਵੱਧ ਕੇਸ ਉਹ ਹੈ ਭਾਰਤ ਦੇ ਵਿੱਚ ਜਿਨ੍ਹਾਂ ਨੂੰ ਲਟਕਦਿਆਂ ਨੂੰ 30 ਸਾਲ ਦਾ ਸਮਾਂ ਹੋ ਗਿਆ, 30 ਸਾਲ ਤੋਂ ਜਾਂ ਉੱਪਰ ਦਾ ਸਮਾਂ ਹੋ ਗਿਆ। 1 ਲੱਖ ਤੋਂ ਵੱਧ ਕੇਸ ਇਨਸਾਫ ਦੀ ਉਡੀਕ ਦੇ ਵਿੱਚ ਬੈਠੇ ਉਹ 1 ਲੱਖ ਪਰਿਵਾਰ ਕਦੋਂ ਕਹਿਣਗੇ ਕਿ ਸਾਨੂੰ ਇਨਸਾਫ ਮਿਲਣਾ? ਅੱਧੇ ਤੋਂ ਵੱਧ ਤਾਂ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ। ਮੈਂ ਨਾਲ ਇੱਕ ਪੱਖ ਅਦਾਲਤਾਂ ਦਾ ਵੀ ਰੱਖਣਾ ਅਤੇ ਬੈਂਕਾਂ ਦਾ ਵੀ ਰੱਖਣਾ। ਅੱਜ ਇੱਕ ਖਬਰ ਸਾਹਮਣੇ ਆਈ ਹੈ ਕਿ ਭਾਰਤ ਦੀਆਂ ਬੈਂਕਾਂ ਦੇ ਵਿੱਚ 5.3 ਲੱਖ ਕਰੋੜ ਰੁਪਏ ਧੋਖਾਧੜੀ ਦੇ ਰੂਪ ਦੇ ਵਿੱਚ ਲੋਕਾਂ ਦੇ ਖਾਤੇ ਵਿੱਚੋਂ ਚਲੇ ਗਏ। ਰਕਮ ਥੋੜ੍ਹੀ ਨਹੀਂ ਗੀ, ਇਹ ਅਰਬਾਂ ਰੁਪਏ ਬਣ ਜਾਂਦੇ, ਅਰਬਾਂ ਰੁਪਏ। ਸਾਡੇ ਸੂਬੇ ਦੇ ਵਿੱਚ ਕਿਸੇ ਸਿਆਸਤਦਾਨ ਦੇ ਖਾਤੇ ਵਿੱਚੋਂ 5-6 ਲੱਖ ਰੁਪਈਆ ਕੱਟ ਹੋ ਜਾਵੇ ਧੋਖੇ ਨਾਲ ਨਾ, ਤਾਂ 24 ਘੰਟਿਆਂ ਦੇ ਵਿੱਚ ਪੁਲਿਸ ਬਹੁਤ ਦਾਅਵੇ ਠੋਕਦੀ ਹੈ ਕਿ ਅਸੀਂ ਪੈਸੇ ਰਿਕਵਰ ਕਰ ਲਏ। ਸਾਈਬਰ ਕ੍ਰਾਈਮ ਵਾਲੇ ਦਾਅਵੇ ਠੋਕਦੇ ਨੇ ਕਿ ਅਸੀਂ ਰਿਕਵਰ ਕਰਤੇ। ਚੰਗੀ ਗੱਲ ਹੈ, ਕਰਨੇ ਚਾਹੀਦੇ ਆ। ਪਰ ਭਾਰਤ ਵਿੱਚ ਇਸ ਤਰ੍ਹਾਂ ਦੇ ਕਿੰਨੇ ਲੋਕ ਨੇ ਜਿਨ੍ਹਾਂ ਦੇ ਪੈਸੇ ਮਿਲਦੇ ਪਏ ਹੈ। ਪਿਛਲੇ ਦਿਨ ਹੀ ਰਕਮ ਆਈ ਸੀ 70 ਕਰੋੜ ਤੋਂ ਵੱਧ ਰਕਮ ਲੋਕਾਂ ਦੇ ਖਾਤਿਆਂ ਵਿੱਚ ਆਈ ਹੈ। ਮੁਬਾਰਕ, ਚੰਗੀ ਗੱਲ ਹੈ, ਆਉਣੀ ਚਾਹੀਦੀ ਹੈ। ਸਾਈਬਰ ਕ੍ਰਾਈਮ ਜੇਕਰ ਵਿਭਾਗ ਬਣਿਆ ਉਹਦਾ ਕੰਮ ਹੀ ਇਹ ਹੈ। ਪਰ ਕੀ ਸਿਰਫ 5.3 ਲੱਖ ਕਰੋੜ ਰੁਪਈਆ ਹੋਵੇ ਤੇ 70 ਕਰੋੜ ਖਾਤਿਆਂ 'ਚ ਆਵੇ? ਅੰਕੜਾ ਕਿੰਨਾ ਕੁ ਬਣਦਾ ਹੈ? ਹੈਰਾਨ ਕਰਦਾ ਹੈ। ਦੂਸਰਾ ਮੁੱਦਾ ਜਿਹੜਾ ਅਸੀਂ ਛੂਹਿਆ, 600 ਤੋਂ ਜ਼ਿਆਦਾ ਵਕੀਲਾਂ ਨੇ ਚੀਫ ਜਸਟਿਸ ਆਫ ਇੰਡੀਆ ਨੂੰ ਚਿੱਠੀ ਲਿਖੀ ਆ ਕਿ ਨਿਆਂਪਾਲਿਕਾ ਖਤਰੇ ਦੇ ਵਿੱਚ ਆ। ਇਸ ਵੇਲੇ ਰਾਜਨੀਤਿਕ ਸਮੂਹ ਬਣ ਗਏ ਨੇ ਜਿਹੜੇ ਸਾਡੇ 'ਤੇ ਦਬਾਅ ਪਾ ਰਹੇ ਨੇ, ਅਤੇ ਜੇਕਰ ਇਸ ਬਾਰੇ ਕੋਈ ਵਿਚਾਰ ਜਾਂ ਚਰਚਾ ਨਾ ਕੀਤੀ ਗਈ ਤਾਂ ਫਿਰ ਆਉਂਦੇ ਸਮੇਂ ਨੂੰ ਖਤਰਾ ਹੋਰ ਵੀ ਇਸੇ ਤਰ੍ਹਾਂ ਵੱਧ ਸਕਦਾ। ਮੈਂ ਦੇਖ ਰਿਹਾ ਸੀ ਕਿ ਕਿਹੜੇ ਕੇਸ ਆ। ਅਦਾਲਤ ਦੇ ਵਿੱਚ ਸੁਪਰੀਮ ਕੋਰਟ ਦੇ ਵਕੀਲਾਂ ਨੂੰ ਜਿਹੜੀ ਅਪੀਲ ਕੀਤੀ, ਕੀ ਲਿਖਿਆ ਕਿ ਇਹਨਾਂ ਮਾਮਲਿਆਂ ਵਿੱਚ ਸਾਡੀਆਂ ਅਦਾਲਤਾਂ ਨੂੰ ਬਚਾਉਣ ਦੇ ਲਈ ਸੁਪਰੀਮ ਕੋਰਟ ਨੂੰ ਮਜ਼ਬੂਤੀ ਨਾਲ ਖੜਾ ਹੋਣਾ ਪੈਣਾ ਅਤੇ ਵੱਡੇ ਕਦਮ ਚੁੱਕਣੇ ਪੈਣੇ ਆ। ਚੁੱਪ ਰਹਿਣ ਦੇ ਨਾਲ ਮਸਲੇ ਦਾ ਹੱਲ ਨਹੀਂ ਹੋਣਾ ਅਤੇ ਇਹਦੇ ਨਾਲ ਉਹਨਾਂ ਲੋਕਾਂ ਨੂੰ ਜਿਹੜੇ ਸਿਆਸੀ ਤੌਰ 'ਤੇ ਦਬਾਅ ਬਣਾਉਂਦੇ ਨੇ ਉਹਨਾਂ ਨੂੰ ਤਾਕਤ ਮਿਲਦੀ ਹੈ। ਪਰ ਜੇਕਰ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਕਹੀ ਜਾ ਸਕਦੀ ਹੈ, ਚੀਫ ਜਸਟਿਸ ਆਫ ਇੰਡੀਆ ਨੂੰ ਇਹ ਗੱਲ ਕਹੀ ਜਾ ਸਕਦੀ ਹੈ, ਇਹਦਾ ਮਤਲਬ ਧਿਆਨ ਦੇਣਾ ਪੈਣਾ। ਚੀਫ ਜਸਟਿਸ ਆਫ ਇੰਡੀਆ ਪਿਛਲੇ ਦਿਨੀ ਇੱਕ ਬੱਚਿਆਂ ਨੂੰ ਸੰਬੋਧਨ ਕਰਨੀ ਪਹੁੰਚੇ ਸੀ ਇੱਕ ਯੂਨੀਵਰਸਿਟੀ ਵਿੱਚ, ਨਿੱਜੀ ਯੂਨੀਵਰਸਿਟੀ ਸੀ। ਉੱਥੇ ਵੀ ਉਹਨਾਂ ਨੇ ਕਿਹਾ ਕਿ ਖਤਰਾ ਇਸ ਵੇਲੇ ਹੈਗਾ। ਇਹ ਚਿੰਤਾ ਉਹਨਾਂ ਨੇ ਵੀ ਜ਼ਾਹਰ ਕੀਤੀ ਸੀਗੀ ਕਿ ਲੀਡਰ ਜਿਹੜੇ ਨੇ ਉਹਨਾਂ ਦਾ ਚਿਹਰਾ ਦੋਹਰਾ ਚਰਿੱਤਰ ਹੋ ਗਿਆ। ਜਦੋਂ ਕੇਸ ਨੂੰ ਲੱਗਦਾ ਖਤਮ ਕਰਾਉਣਾ ਅਤੇ ਕੀ ਸੱਚਮੁੱਚ ਹੀ ਦਬਾਅ ਪਾਇਆ ਜਾਂਦਾ। ਪਿੱਠ ਦੇ ਪਿੱਛੇ ਹਮਲੇ ਵੱਧਦੇ ਪਏ ਨੇ, ਜਾਣਕਾਰੀਆਂ ਇਹ ਵੀ ਸਾਹਮਣੇ ਆ ਰਹੀਆਂ ਨੇ। ਭਾਰਤ ਦੇਸ਼ ਵਿੱਚ ਮਾਮਲੇ ਬਹੁਤ ਪੁਰਾਣੇ ਆ। ਇੱਕ ਮਾਮਲਾ 1951 ਵਿੱਚ ਕੇਸ ਦਰਜ ਕੀਤਾ ਸੀ ਭਾਰਤੀ ਅਦਾਲਤ ਵਿੱਚ, ਸਭ ਤੋਂ ਪੁਰਾਣਾ ਕੇਸ ਮੰਨਿਆ ਜਾਂਦਾ ਹੈ। ਬਹਿਰਾਮਪੁਰ ਬੈਂਕ ਖਾਤੇ ਨਾਲ ਸੰਬੰਧਿਤ ਇਹ ਮਾਮਲਾ 1948 ਵਿੱਚ ਕਲਕੱਤਾ ਹਾਈ ਕੋਰਟ ਨੇ ਇਸ ਬੈਂਕ ਨੂੰ ਦਿਵਾਲੀਆ ਕਰਾਰ ਦੇ ਕੇ ਇਹਨੂੰ ਖਤਮ ਕਰਨ ਦੇ ਹੁਕਮ ਦਿੱਤੇ ਸੀ, ਜਿਹਨੂੰ 1951 ਵਿੱਚ ਚੁਣੌਤੀ ਦਿੱਤੀ ਗਈ। ਹਾਈ ਕੋਰਟ ਨੇ 72 ਸਾਲਾਂ ਬਾਅਦ ਇਹਦਾ ਨਿਬੇੜਾ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਗੱਲ ਬਣੀ ਨਹੀਂ।
ਉਸ ਤੋਂ ਬਾਅਦ ਅਦਾਲਤਾਂ ਦੀ ਜੇਕਰ ਗੱਲ ਕਰੀਏ 4 ਕਰੋੜ 70 ਲੱਖ ਕੇਸ ਲਟਕਦਾ ਪਿਆ ਇਸ ਵੇਲੇ। ਅੱਜ ਦੇ ਦਿਨ 'ਚ ਦਾਅਵਾ ਕਰੀਏ ਜਾਂ ਗੱਲ ਕਰੀਏ ਤਾਂ 5 ਕਰੋੜ ਤੋਂ ਵੱਧ ਕੇਸ ਅਦਾਲਤਾਂ ਵਿੱਚ ਲਟਕਦਾ ਹੋ ਗਿਆ। ਫੌਜਦਾਰੀ ਦੇ ਮਾਮਲੇ ਲੱਗ ਗਏ, 4 ਕਰੋੜ ਤੋਂ ਵੱਧ ਕੇਸ, 5 ਕਰੋੜ ਤੋਂ ਵੱਧ ਕੇਸ, ਅੰਦਾਜ਼ਾ ਲਗਾਇਆ ਜਾ ਸਕਦਾ ਕਦੋਂ ਇਨਸਾਫ ਮਿਲਣਾ। ਸਾਡੇ ਦੇਸ਼ ਦੇ ਵਿੱਚ ਸਿਆਸਤਦਾਨ 2014 ਵਿੱਚ ਜਦੋਂ ਸਰਕਾਰ ਭਾਜਪਾ ਦੀ ਬਣੀ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕੀ ਕਿਹਾ ਸੀ? ਉਹ ਕਹਿੰਦੇ ਫਾਸਟ ਟਰੈਕ ਅਦਾਲਤਾਂ ਬਣਾਵਾਂਗੇ ਅਸੀਂ, ਸਿਆਸਤਦਾਨਾਂ ਨਾਲ ਸੰਬੰਧਿਤ ਕੇਸ 1 ਸਾਲ ਦੇ ਵਿੱਚ ਨਿਪਟਾਰਾ ਕੀਤਾ ਜਾਊਗਾ। ਪਰ ਕੀ ਕਾਰਨ ਬਣ ਗਿਆ? ਸਿਆਸਤ ਦੇ ਵਿੱਚ ਆਏ, ਪ੍ਰਧਾਨ ਮੰਤਰੀ ਬਣੇ, ਸਿਆਸਤ ਵਿੱਚ ਪਹਿਲੇ ਸੀ ਮੁੱਖ ਮੰਤਰੀ ਸੀਗੇ ਉਹ, ਜਦੋਂ ਸੱਤਾ ਦੇ ਵਿੱਚ ਆਏ ਪ੍ਰਧਾਨ ਮੰਤਰੀ ਬਣੇ, ਇਹ ਵਾਅਦਾ ਕੀਤਾ ਤੇ ਵਾਅਦੇ ਦਾ ਕੀ ਬਣਿਆ? ਕਿਉਂ ਨਹੀਂ ਉਸ ਫਾਸਟ ਟਰੈਕ ਅਦਾਲਤਾਂ ਬਣਾਈਆਂ ਗਈਆਂ? ਅੱਜ ਭਾਰਤ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਕੇਸ ਜਿਹੜੇ ਲਟਕਦੇ ਜਾ ਰਹੇ ਨੇ। ਪੰਜਾਬ ਦੇ ਵਿੱਚ ਵੀ 4.5 ਲੱਖ ਤੋਂ ਵੱਧ ਕੇਸ ਅਦਾਲਤਾਂ ਵਿੱਚ ਲਟਕਦੇ ਪਏ ਨੇ। ਪਿਛਲੇ ਦਿਨੀ ਇੱਕ ਰਿਪੋਰਟ ਸਾਹਮਣੇ ਆਈ ਸੀ, ਵੱਖ-ਵੱਖ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਦੇਸ਼ ਵਿੱਚ ਜੱਜ ਨਿਯੁਕਤ ਕਰਨ ਲਈ 10 ਲੱਖ ਆਬਾਦੀ ਪਿੱਛੇ ਸਿਰਫ 50 ਜੱਜ ਨਿਯੁਕਤ ਕਰਨ ਦਾ ਨਿਯਮ ਆ ਤੇ ਜਨਗਣਨਾ ਤੇ 2011 ਦੇ ਵਿੱਚ ਹੋਈ ਸੀਗੀ। ਉਹਦੇ ਅਨੁਸਾਰ ਅਦਾਲਤਾਂ ਵਿੱਚ ਕੇਵਲ 21 ਜੱਜ ਕਾਰਜਸ਼ੀਲ ਸੀਗੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜੱਜ ਦੀਆਂ 85 ਮਨਜ਼ੂਰਸ਼ੁਦਾ ਅਸਾਮੀਆਂ, ਪਰ ਜੱਜ ਉਸ ਵੇਲੇ ਕਿੰਨੇ ਸੀਗੇ? ਸਿਰਫ ਤੇ ਸਿਰਫ 59। ਉੱਥੇ ਵੀ ਖਾਲੀ ਪਿਆ। ਚਲੋ ਪੈਂਡਿੰਗ ਲਟਕਦੇ ਜਿਹੜੇ ਮਾਮਲੇ ਆ ਉਹ ਹੱਲ ਤਾਂ ਹੋਣੇ ਚਾਹੀਦੇ ਨਾ, ਪਰ ਜੇਕਰ ਇਸੇ ਤਰ੍ਹਾਂ ਮਾਮਲਾ ਲਟਕਦਾ ਰਿਹਾ, ਅਦਾਲਤਾਂ ਦੇ ਵਿੱਚ ਸੀਨੀਅਰ ਵਕੀਲ ਜਾ ਕੇ ਇਹ ਗੱਲ ਕਹਿਣ ਕਿ ਨਿਆਂਪਾਲਿਕਾ ਖਤਰੇ ਵਿੱਚ ਹੈ, ਹੁਣ ਲੋਕ ਇਹ ਵੀ ਕਹਿਣਗੇ ਕਿ 140 ਕਰੋੜ ਦੀ ਆਬਾਦੀ, ਜੇਕਰ 600 ਦੇਣਾ ਨੇ ਕਹਿ ਵੀ ਦਿੱਤਾ ਤਾਂ ਕੀ ਹੈ? ਪਰ ਉਹ 600 ਬੰਦਾ ਕੋਈ ਆਮ ਵਕੀਲ ਨਹੀਂ, ਉਹ ਵਕੀਲ ਹੈ ਜਿਨ੍ਹਾਂ ਦੀ ਇੱਕ ਗੱਲ ਮਾਇਨੇ ਰੱਖਦੀ ਹੈ। ਹੁਣ ਜੇਕਰ 600 ਜਣਾਂ ਨੇ ਵੀ ਰੱਖਤਾ, ਹੋ ਸਕਦਾ ਉਹਦੇ ਵਿੱਚੋਂ ਇੱਕ ਕਿਸੇ ਬਾਰ ਕੌਂਸਲ ਦਾ ਕੋਈ ਕਿਤੇ ਦਾ ਪ੍ਰਧਾਨ ਹੋਵੇ ਤੇ ਉਹ ਕਿੰਨੇ ਵਕੀਲਾਂ ਨੂੰ ਅੱਗੇ ਲੈ ਕੇ ਚੱਲਦੇ ਆ। ਇਹ ਜਿਹੜਾ ਡਾਟਾ ਸਾਹਮਣੇ ਆਇਆ ਇਹ ਵਾਕਈ ਹੈਰਾਨ ਕਰਦਾ। ਪਰ ਜੇਕਰ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਨੁਕਸਾਨ ਵੱਡੇ ਪੱਧਰ ਤੇ ਹੋ ਸਕਦਾ ਜੇਕਰ ਇੱਧਰ ਧਿਆਨ ਨਾ ਦਿੱਤਾ ਗਿਆ। ਅਦਾਲਤਾਂ ਦੇ ਉੱਪਰ ਲੋਕਾਂ ਦਾ ਯਕੀਨ ਨਾ ਉੱਠੇ। ਚੀਫ ਜਸਟਿਸ ਆਫ ਇੰਡੀਆ ਨੇ ਵੀ ਪਿਛਲੇ ਦਿਨੀ ਕਿਹਾ ਸੀ ਅਦਾਲਤਾਂ ਦਾ ਯਕੀਨ ਉਸੋਂ ਵੀ ਉੱਠਦਾ ਦਿਖਾਈ ਦਿੱਤਾ ਜਦੋਂ ਪਿਛਲੇ ਦਿਨੀ ਇੱਕ ਸੀਨੀਅਰ ਜੱਜ ਨੇ ਇਹ ਗੱਲ ਕਹੀ ਕਿ ਮੇਰੇ ਨਾਲ ਵੀ ਧੋਖਾ ਹੋਇਆ, ਮੇਰੇ ਨਾਲ ਵੀ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਇਹ ਨਹੀਂ ਕਿ ਭਾਰਤ ਵਿੱਚ ਹੀ ਹੈ, ਅਮਰੀਕਾ ਵਰਗੇ ਮੁਲਕ ਦੇ ਵਿੱਚ ਵੀ ਪਾਰਲੀਮੈਂਟ 'ਚ ਇੱਦਾਂ ਦੀਆਂ ਖਬਰਾਂ ਆਈਆਂ ਨੇ, ਹੋਰ ਵੀ ਕਈ ਦੇਸ਼ਾਂ 'ਚ ਆਈਆਂ। ਪਰ ਅਸੀਂ ਬਾਕੀ ਦੇਸ਼ਾਂ ਤੋਂ ਕੀ ਲੈਣਾ? ਸਾਨੂੰ ਤਾਂ ਆਪਣੇ ਦੇਸ਼ ਨਾਲ ਮਤਲਬ ਹੈ ਨਾ। ਪਰ ਆਪਣੇ ਦੇਸ਼ ਵਿੱਚ ਵੀ ਜੇਕਰ ਇਹ ਸਾਰਾ ਕੁਝ ਵਾਪਰੇ ਤਾਂ ਫਿਰ ਇਹ ਤੋਂ ਮੰਦਭਾਗੀ ਘਟਨਾ ਕਿਹੜੀ ਹੋ ਸਕਦੀ ਹੈ? ਸੋ ਆਉਣ ਵਾਲੇ ਸਮੇਂ 'ਚ ਇਸ ਚਿੱਠੀ ਦੇ ਉੱਪਰ ਵਿਚਾਰ ਕਰਨਾ ਜ਼ਰੂਰ ਬਣਦਾ ਹੈ। ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।